आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਸ਼ਟਮ ਤਨ ਤਰ ਸ਼੍ਰੀ ਗੁਰੂ ਤਖਤ ਬਿਰਾਜੇ ਤੀਹ ਮੂਰਤ ਅਲਪ ਸਰੀਰ ਹੈ ਹਿਰਦਾ ਗੂੜ ਬਚ ਲੀਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਜੀ। ਧੰਨ ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ ਔਰ ਗੁਰੂ ਕੀ ਪਵਿੱਤਰ ਗੁਰਬਾਣੀ ਦੇ ਪਾਠ ਕੀਰਤਨ ਨਾਲ ਜੁੜ ਕੇ ਆਪਣਾ ਸਮਾਂ ਸਫਲਾ ਕੀਤਾ ਹੈ। ਆਓ ਹੁਣ 8ਵੇਂ ਪਾਤਸ਼ਾਹ ਜੀ ਮਹਾਰਾਜ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੋ ਕਥਾ ਆਰੰਭ ਹੋਣ ਲੱਗੀ ਹੈ, ਇਸ ਲੜੀਵਾਰ ਕਥਾ ਨਾਲ ਜੁੜੀਏ। ਆਪਾਂ ਪਿਛਲੇ ਪ੍ਰਕਰਣਾਂ ਵਿੱਚ 7ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਣਾ, ਕਿਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੂੰ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਸੀ, ਵੱਡੇ ਪੁੱਤਰ ਨੂੰ ਬੇਦਖਲ ਕਰਕੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ 7ਵੇਂ ਪਾਤਸ਼ਾਹ ਜੀ 1661 ਦੇ ਵਿੱਚ ਸ੍ਰੀ ਕੀਰਤਪੁਰ ਸਾਹਿਬ ਦੇ ਪਾਵਨ ਸਥਾਨ ਤੇ ਜੋਤੀ ਜੋਤ ਸਮਾ ਗਏ। ਸੰਗਤਾਂ ਨੇ ਮਹਾਰਾਜ ਦਾ ਸੰਸਕਾਰ 6ਵੇਂ ਪਾਤਸ਼ਾਹ ਦੇ ਅੰਗੀਠੇ ਦੇ ਕੋਲ, ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਦਾ ਸੰਸਕਾਰ ਹੋਇਆ ਸੀ ਪਤਾਲਪੁਰੀ ਸਾਹਿਬ, ਉੱਥੇ ਹੀ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰੂ ਹਰਿਰਾਏ ਸਾਹਿਬ ਜੀ ਦਾ ਸੰਸਕਾਰ ਹੋਇਆ ਹੈ ਤੇ 8ਵੇਂ ਪਾਤਸ਼ਾਹ ਨੂੰ ਗੁਰਿਆਈ ਗੱਦੀ ਤੇ ਬਿਰਾਜਮਾਨ ਕਰਕੇ ਗਏ ਹਨ। ਹੁਣ 8ਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਲੜੀਵਾਰ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ਼ਟਮ ਤਨ ਤਰ ਸ਼੍ਰੀ ਗੁਰੂ ਮਹਾਰਾਜ 8ਵਾਂ ਸਰੂਪ ਧਾਰਨ ਕਰਕੇ ਤਖਤ ਬਿਰਾਜੇ ਤੀਹ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰੂਪ ਵਿੱਚ ਤਖਤ ਤੇ ਵੱਡੇ ਤਖਤ ਤੇ ਦੀ ਮੈਨੇ ਵੱਡਾ, ਜਿਹੜਾ ਸਭ ਤੋਂ ਵੱਡਾ ਤਖਤ ਹੈ ਉਹ ਗੁਰੂ ਨਾਨਕ ਦੀ ਗੱਦੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦੇ ਬਰਾਬਰ ਹੋਰ ਕੋਈ ਤਖਤ ਨਹੀਂ ਹੈ, ਕੋਈ ਗੱਦੀ ਨਹੀਂ ਹੈ। ਉਹ ਸਤਿਗੁਰੂ ਵੱਡੇ ਸਤਿਗੁਰਾਂ ਦੀ ਗੱਦੀ ਤੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਬੈਠੇ ਹਨ। ਮੂਰਤ ਅਲਪ ਸਰੀਰ ਹੈ ਮਹਾਰਾਜ ਦੇ ਸਰੀਰ ਦੀ ਮੂਰਤ ਤਾਂ ਬਹੁਤ ਛੋਟੀ ਹੈ, 5.5 ਸਾਲ ਦੇ 5.25 ਸਾਲ ਦੇ ਹਨ, ਹਿਰਦਾ ਗੂੜ ਬਚ ਲੀਹ। ਪਰ ਹਿਰਦਾ ਬੜਾ ਗਹਿਰ ਗੰਭੀਰ ਹੈ ਤੇ ਬਚਨ ਬੜੇ ਕਲਿਆਣਕਾਰੀ ਕਰਦੇ ਹਨ। ਇੰਨੀ ਛੋਟੀ ਅਵਸਥਾ ਦੇ ਵਿੱਚ ਵੱਡੇ ਤਖਤ ਦੇ ਮਾਲਕ ਬਣ ਗਏ ਹਨ। ਸਵਈਆ ਸੁੰਦਰ ਸੂਰਤ ਮਾਧੁਰੀ ਮੂਰਤੀ ਸੁੰਦਰ ਸੂਰਤ ਮਾਧੁਰੀ ਮੂਰਤ। ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਬੜਾ ਸੁੰਦਰ ਹੈ ਤੇ ਮਨ ਨੂੰ ਮੋਹਣ ਵਾਲੀ ਸੋਹਣੀ ਮੂਰਤ ਹੈ। ਪਰਤ ਕਾਮਨਾ ਸਿੱਖਿਅਨ ਕੀ ਔਰ ਆਪਣੇ ਸਿੱਖਾਂ ਦੇ ਮਨੋਂ ਦੀਆਂ ਕਾਮਨਾ ਪੂਰਨ ਕਰਦੇ ਹਨ। ਸਾਰੇ ਮਨੋਰਥ ਪੂਰੇ ਹੋ ਜਾਂਦੇ ਹੈ ਜਦੋਂ ਕੋਈ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਲੈਂਦਾ ਹੈ, ਉਹਨਾਂ ਦਾ ਚਿੰਤਨ ਸਿਮਰਨ ਕਰ ਲੈਂਦਾ ਹੈ। ਸ਼ਾਂਤ ਸਰੂਪ ਧਰੇ ਪ੍ਰਭ ਪੂਰਬ ਸ਼ਾਂਤੀ ਦੇ ਰੂਪ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਸੋਹਣੇ ਸਰੂਪ ਵਾਲੇ ਸਤਿਗੁਰੂ ਜੀ ਤਖਤ ਤੇ ਬਿਰਾਜੇ ਹਨ। ਆਠਮ ਦੇਹ ਸੁਨੌਤਨ ਕੀ ਇਹ ਨਵਾਂ ਰੂਪ ਧਾਰਨ ਕੀਤਾ ਹੈ, ਨਵਾਂ ਸਰੂਪ 8ਵਾਂ ਸਰੂਪ ਧਾਰਨ ਕੀਤਾ ਹੈ। ਜਿਵੇਂ 7 ਪਾਤਸ਼ਾਹੀਆਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਰਾਏ ਸਾਹਿਬ ਜੀ ਤੱਕ ਹੋਈਆਂ ਹਨ, ਅੱਜ 8ਵੀਂ ਪਾਤਸ਼ਾਹੀ ਵੀ ਉਸੇ ਤਰ੍ਹਾਂ ਹੀ ਉਹੀ ਸ਼ਕਤੀ ਹੈ, ਉਹੀ ਕਲਾ ਹੈ, ਸਿਰਫ ਸਰੀਰ ਛੋਟਾ ਹੈ। ਕਲਾ ਵਿੱਚ ਤਾਂ ਕੋਈ ਫਰਕ ਨਹੀਂ, ਕਿਉਂਕਿ ਜੋ ਪਰਮੇਸ਼ਰ ਦੀ ਕਲਾ ਹੈ ਉਹ ਸਰੀਰਾਂ ਦੀ ਮੁਤਾਜ ਨਹੀਂ ਹੈ। ਪਰਮੇਸ਼ਰ ਦੀ ਕਲਾ ਸਰੀਰ ਤੋਂ ਪਰੇ ਹੈ। ਅਸੀਂ ਜਿਹੜੇ ਹਨ ਇਸ ਸਰੀਰ ਨੂੰ ਬਹੁਤ ਵੱਡੀ ਅਹਿਮੀਅਤ ਦਿੰਦੇ ਆ, ਪਰ ਇਹ ਸਰੀਰ ਦੀ ਵੈਲਿਊ ਜਿੰਨੀ ਕੁ ਹੈ ਉਨੀ ਕੁ ਸਮਝਣੀ ਚਾਹੀਦੀ ਹੈ। ਇਹ ਸਰੀਰ ਦੀ ਇਹ ਵੈਲਿਊ ਸਾਡੇ ਵਾਸਤੇ ਹੈ ਵੀ ਅਸੀਂ ਇਹਦੇ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਕਰਕੇ ਪਰਮਾਤਮਾ ਨੂੰ, ਬ੍ਰਹਮ ਨੂੰ ਪ੍ਰਾਪਤ ਕਰ ਸਕਦੇ ਹਾਂ।
ਜੇ ਭਜਨ ਬੰਦਗੀ ਨਹੀਂ ਕਰਦਾ ਤੇ ਬੰਦੇ ਦਾ ਸਰੀਰ ਪਸ਼ੂ ਵਰਗਾ ਹੀ ਹੈ, ਕੋਈ ਫਰਕ ਨਹੀਂ ਹੈ। ਪਰ ਸਤਿਗੁਰੂ ਪਾਤਸ਼ਾਹ ਦੇ ਸਰੂਪ ਜਿਹੜੇ ਨੇ ਉਹ ਸਾਨੂੰ ਇਸ ਜੰਜਾਲ ਵਿੱਚੋਂ ਕੱਢਣ ਲਈ ਆਏ ਹਨ। ਉਹਨਾਂ ਨੇ ਸਾਡੇ ਵਰਗਾ ਮਨੁੱਖੀ ਜਾਮਾ ਧਾਰਨ ਕੀਤਾ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਿਸ ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹਨ, ਉਹ ਐਡਾ ਵੱਡਾ ਪ੍ਰਮਾਤਮਾ ਜਿਹਦੇ ਵਿੱਚ ਇੱਕ ਰੋਮ ਦੇ ਵਿੱਚ ਕਰੋੜਾਂ ਗਲੈਕਸੀਜ਼ ਵਸਦੀਆਂ ਹਨ, ਉਹ ਸਾਨੂੰ ਕਿਵੇਂ ਦਿਖ ਸਕਦਾ ਹੈ? ਅਸੀਂ ਤਾਂ ਬਹੁਤ ਛੋਟੀ ਅੱਖ ਵਾਲੇ ਹਾਂ। ਇਸ ਕਰਕੇ ਸਾਨੂੰ ਦਰਸ਼ਨ ਦੇਣ ਲਈ ਬ੍ਰਹਮ ਨੇ ਗੁਰੂ ਨਾਨਕ ਦਾ ਮਨੁੱਖੀ ਜਾਮਾ ਧਾਰਨ ਕੀਤਾ। ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾਂ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁਖ ਸ਼ਬਦ ਗੁਰ ਸਿੱਖਨ ਸੁਨਾਏ ਹੈ। ਜਿਸ ਇੱਕ ਓੰਕਾਰ ਦਾ ਬਹੁਤ ਵੱਡਾ ਪਸਾਰਾ ਹੈ, ਉਹ ਇੱਕ ਓੰਕਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਸਾਨੂੰ ਆਪਣੇ ਬਚਨ ਗੁਰਬਾਣੀ ਦੁਆਰਾ ਪ੍ਰਗਟ ਕਰਕੇ ਸੁਣਾਏ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਦਰੀ ਮੂਰਤ ਸੁੰਦਰ ਸਰੂਪ ਜੋਤ ਉਹੀ ਹੈ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਪਰ 8ਵਾਂ ਜਾਮਾ ਧਾਰਨ ਕਰ ਲਿਆ ਹੈ। ਜਿਉ ਮਹਿ ਪਾਲਕ ਪੋਸ਼ਿਸ਼ ਕੋ ਤਜ, ਜਿਵੇਂ ਇੱਕ ਰਾਜਾ ਪਹਿਲੀ ਪੁਸ਼ਾਕ ਤਿਆਗ ਕੇ ਦੂਜੀ ਧਾਰਨ ਕਰ ਲੈਂਦਾ ਹੈ, ਦੂਜੀ ਤਿਆਗ ਕੇ ਤੀਜੀ ਧਾਰਨ ਕਰ ਲੈਂਦਾ ਹੈ, ਤੀਜੀ ਪੁਸ਼ਾਕ ਤਿਆਗ ਕੇ ਚੌਥੀ ਧਾਰਨ ਕਰ ਲੈਂਦਾ ਹੈ। ਰਾਜਾ ਤਾਂ ਨਹੀਂ ਬਦਲਦਾ, ਉਹਦੇ ਕੱਪੜੇ ਰੋਜ਼ ਬਦਲਦੇ ਰਹਿੰਦੇ ਆ, ਚੋਲੇ ਬਦਲਦੇ ਰਹਿੰਦੇ ਆ। ਰਾਜਾ ਉਹੀ ਹੈ, ਕਦੀ ਨੀਲਾ ਚੋਲਾ ਪਾ ਕੇ ਆ ਗਿਆ, ਕਦੀ ਚਿੱਟਾ ਪਾ ਕੇ ਆ ਗਿਆ, ਕਦੀ ਪੀਲਾ ਪਾ ਕੇ ਆ ਗਿਆ, ਕਦੀ ਹਰਾ ਕਦੀ ਲਾਲ। ਰਾਜਾ ਤਾਂ ਨਹੀਂ ਬਦਲਿਆ। ਇਸੇ ਤਰ੍ਹਾਂ ਮਹਾਰਾਜ ਅਕਾਲ ਪੁਰਖ ਦੀ ਜੋਤ ਨਹੀਂ ਬਦਲੀ, ਜਾਮਾ 8ਵਾਂ ਧਾਰਨ ਕਰ ਲਿਆ ਹੈ। ਜਿਵੇਂ ਕੋਈ ਬਸਤਰ ਬਦਲ ਲੈਂਦਾ ਹੈ, ਇਸ ਤਰ੍ਹਾਂ ਮਹਾਰਾਜ ਨੇ ਅੱਜ 8ਵਾਂ ਚੋਲਾ ਧਾਰਨ ਕੀਤਾ, 8ਵਾਂ ਜਾਮਾ ਧਾਰਨ ਕੀਤਾ ਹੈ। ਸ਼੍ਰੀ ਹਰਿ ਕ੍ਰਿਸ਼ਨ ਤਥਾਗਤ ਪਾਵਤ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਹੀ ਸੋਭਾ ਪਾ ਰਹੇ ਹਨ। ਸੰਗਤ ਪ੍ਰੀਤ ਕਰੇ ਮਨ ਕੀ, ਤੇ ਸੰਗਤ ਵੀ ਉਹੀ ਭਾਵਨਾ ਰੱਖਦੀ। ਕਿਸੇ ਵੀ ਸਿੱਖ ਦੇ ਮਨ 'ਚ ਕੋਈ ਸ਼ੰਕਾ ਨਹੀਂ ਆਇਆ ਵੀ ਇਹ ਤਾਂ ਛੋਟੇ ਜਿਹੇ ਹਨ, ਇਹ ਤਾਂ ਬੱਚੇ ਹਨ, ਇਹ ਗੁਰੂ ਕਿਵੇਂ ਹੋ ਸਕਦੇ ਹਨ। ਜਿਵੇਂ ਅੱਜ ਕੱਲ੍ਹ ਦੇ ਸਿੱਖਾਂ ਨੂੰ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਸ਼ਕਤੀ ਤੇ ਭਰੋਸਾ ਹੀ ਨਹੀਂ ਰਿਹਾ, ਬੇਪਰਤੀਤੇ ਹੋ ਗਏ, ਬੜੇ ਹੀ ਸ਼ੰਕੇ ਚੁੱਕੀ ਫਿਰਦੇ। 11 ਜਹੂਰ ਸਤਿਗੁਰੂ ਮਹਾਰਾਜ, ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਬਾਣੀ, ਉਹਦੇ ਤੇ ਵੀ ਸ਼ੰਕੇ, ਗੁਰੂ ਦੇ ਪੰਥ ਉੱਤੇ ਵੀ ਸ਼ੰਕੇ, ਗ੍ਰੰਥ ਉੱਤੇ ਵੀ ਸ਼ੰਕੇ, ਇਤਿਹਾਸ ਉੱਤੇ ਵੀ ਸ਼ੰਕੇ। ਇਹ ਅਸ਼ਰਦਕ ਲੋਕਾਂ ਦੀ, ਨਾਸਤਕ ਲੋਕਾਂ ਦੀ ਨਿਸ਼ਾਨੀ ਹੈ। ਔਰ ਕਲਯੁਗ ਵਿੱਚ ਨਾਸਤਕ ਜ਼ਿਆਦਾ ਹੋਣਗੇ। ਇਹ ਵੀ ਵੱਡੇ ਮਹਾਂਪੁਰਸ਼ਾਂ ਨੇ ਪੁਰਾਣੇ ਸਮਿਆਂ 'ਚ ਗ੍ਰੰਥਾਂ 'ਚ ਲਿਖੇ ਹੋਏ ਨੇ ਬਚਨ। ਤੇ ਸਾਧ ਸੰਗਤ ਜੀ, ਇੱਕ ਮੈਂ ਹੋਰ ਬੇਨਤੀ ਕਰਾਂ, ਨਾਸਤਕ ਬਣਨਾ ਬੜਾ ਸੌਖਾ ਹੈ, ਆਸਤਕ ਬਣਨਾ ਬੜਾ ਔਖਾ ਹੈ। ਪਰਮੇਸ਼ਰ ਦਾ ਖੰਡਨ ਕਰ ਦੇਣਾ ਬੜਾ ਸੌਖਾ ਹੈ, ਉਹਨੂੰ ਸਿੱਧ ਕਰਕੇ ਦਿਖਾ ਦੇਣਾ ਬੜਾ ਔਖਾ ਹੈ। ਗੁਰੂ ਸਾਹਿਬ ਨੇ ਤਾਂ ਹੱਥ ਤੇ ਤਲੀ ਤੇ ਰੱਖ ਕੇ ਦਿਖਾ ਦਿੱਤਾ, ਗੁਰ ਕਾਢ ਤਲੀ ਦਿਖਲਾਇਆ ਥਾ। ਗੁਰੂ ਨੇ ਹੱਥ ਦੇ ਉੱਤੇ ਰੱਖਿਆ, ਵੇਖੋ ਪ੍ਰਮਾਤਮਾ ਸਾਹਮਣੇ ਦਿਸ ਰਿਹਾ, ਜਬ ਦੇਖਾਂ ਤਬ ਗਾਵਾਂ, ਜਦੋਂ ਵੇਖਦੇ ਆ ਉਦੋਂ ਗਾਉਂਦੇ ਹਾਂ, ਮੇਰੇ ਸਤਿਗੁਰੂ ਬਾਣੀ 'ਚ ਕਹਿੰਦੇ ਹਨ। ਸੋ ਸਾਧ ਸੰਗਤ ਜੀ, ਪਰਮੇਸ਼ਰ ਦਾ ਸਰੂਪ ਮਹਾਰਾਜ 8ਵੇਂ ਪਾਤਸ਼ਾਹ ਜੀ, ਉਸ ਵੇਲੇ ਦੇ ਸਿੱਖਾਂ ਦੇ ਮਨ 'ਚ ਕੋਈ ਸ਼ੰਕਾ ਨਹੀਂ ਆਇਆ। ਉਹਨਾਂ ਨੇ ਕਿਹਾ ਠੀਕ ਹੈ, ਸਤਿਗੁਰਾਂ ਨੇ ਆਪ ਜੋਤ ਇਹਨਾਂ 'ਚ ਸਥਾਪਿਤ ਕਰ ਦਿੱਤੀ ਹੈ, ਸਾਡਾ ਫਰਜ਼ ਹੈ ਇਹਨਾਂ ਨੂੰ ਉਸੇ ਰੂਪ ਵਿੱਚ ਮੰਨਣਾ। ਤੇ ਜਿਹੜਾ ਮੰਨੇਗਾ ਨਾ ਉਹਨੂੰ ਗਿਆਨ ਹੋਵੇਗਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤੋ ਸ਼ਰਧਾਵਾਨੰ ਲਭਤੇ ਗਿਆਨੰ, ਸ਼ਰਧਾਵਾਨ ਹੀ ਗਿਆਨ ਨੂੰ ਪ੍ਰਾਪਤ ਹੁੰਦਾ, ਨਾਸਤਕ ਥੋੜਾ ਹੁੰਦਾ। ਸੋ ਸਤਿਗੁਰੂ ਦੇ ਸਿੱਖਾਂ ਨੇ ਉਹੀ ਭਾਵਨਾ ਰੱਖੀ ਹੈ। ਗੁਰੂ ਨਾਨਕ ਆਦਿ ਜਿਉ ਨਿਸ਼ਠਾ ਮਨ, ਜਿਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਤੇ ਨਿਸ਼ਚਾ ਸੰਗਤ ਦਾ ਚੱਲਿਆ ਆ ਰਿਹਾ, ਉਹੀ ਨਿਸ਼ਚਾ ਗੁਰੂ ਕੇ ਪੰਥ ਨੇ ਮਹਾਰਾਜ 8ਵੇਂ ਪਾਤਸ਼ਾਹ ਸਤਿਗੁਰੂ ਬਾਲਾ ਪ੍ਰੀਤਮ ਜੀ ਤੇ ਕੀਤਾ ਹੈ। ਤਿਉ ਬ੍ਰਹਮ ਗਿਆਨ ਮਹਾਰਸ ਹੋਵਾ, ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬ੍ਰਹਮ ਗਿਆਨ ਵਿੱਚ ਵੀ ਉਸੇ ਤਰ੍ਹਾਂ ਹੀ ਪੂਰਨ ਹਨ। ਉਸੇ ਤਰ੍ਹਾਂ ਹੀ ਮਹਾਰਾਜ ਦੀ ਜਿਹੜੀ ਜਾਗਦੀ ਜੋਤ
हर वेले प्रकाशमान हो रही है। सिख संगत के अगनाशन को ਸਿੱਖ ਸੰਗਤ ਦੇ ਪਾਪਾਂ ਦਾ ਨਾਸ਼ ਕਰਨ ਲਈ, ਕਿਉਂਕਿ ਅਸੀਂ ਸਾਰੇ ਸੰਸਾਰ 'ਚ ਜਿਹੜੇ ਜੀਵ ਆਏ ਹਨ, ਅਸੀਂ ਪਾਪ ਪੁੰਨ ਦੀ ਮਿਸ਼ਰਤ ਦੇਹ ਲੈ ਕੇ ਆਏ ਹਾਂ। ਪਾਪ ਪੁੰਨ ਕੀ ਇਹ ਦੇਹ ਸਰੀਰਾ, ਐਸਾ ਦੁਨੀਆ ਤੇ ਕੋਈ ਪੈਦਾ ਨਹੀਂ ਹੋਇਆ ਜਿਹੜਾ ਬੰਦਾ ਸਾਰੇ ਹੀ ਪੁੰਨ ਕਰਦਾ ਹੋਵੇ, ਪਾਪ ਨਾ ਕਰਦਾ ਹੋਵੇ। ਐਸਾ ਵੀ ਕੋਈ ਨਹੀਂ ਜਿਹੜਾ ਸਾਰਾ ਪਾਪ ਹੀ ਕਰਦਾ ਹੋਵੇ, ਪੁੰਨ ਨਾ ਕਰਦਾ ਹੋਵੇ। ਕੋਈ ਬੰਦਾ ਚੰਗੇ ਗੁਣਾਂ ਦੇ ਨਾਲ 90% ਚੰਗੇ ਕੰਮ ਕਰਦਾ, 10 ਮਾੜੇ ਕਰਦਾ। ਕੋਈ 10 ਮਾੜੇ ਚੰਗੇ ਕਰਦਾ, 90 ਮਾੜੇ ਕਰਦਾ, ਪਰ ਕਰਦੇ ਸਾਰੇ ਹੀ ਨੇ ਪਾਪ ਪੁੰਨ। ਸਤਿਗੁਰੂ ਜੀ ਪਾਪਾਂ ਨੂੰ ਕੱਟ ਕੇ ਤੇ ਸੱਚਖੰਡ ਵਿੱਚ ਸਿੱਖ ਨੂੰ ਲਿਜਾਣ ਵਾਸਤੇ ਆਏ ਹਨ। ਦਰਸ਼ਨ ਦਿਖਾਏ ਭਲੇ ਦੁਖ ਖੋਵਾ ਆਪਣੇ ਦਰਸ਼ਨ ਦੇ ਕੇ ਸਿੱਖਾਂ ਦੇ ਦੁੱਖਾਂ ਦਾ ਨਾਸ਼ ਕਰਨ ਲਈ ਆਏ ਹਨ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਜੀ, ਜਿਨ੍ਹਾਂ ਦੇ ਦਰਸ਼ਨਾਂ ਨਾਲ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਪਰ ਪੁੱਤਰ ਗੁਰੂ ਹਰਗੋਬਿੰਦ ਕੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜ ਪੋਤਰੇ ਹਨ, ਬਾਬਾ ਗੁਰਦਿੱਤਾ ਜੀ ਦੇ ਪੋਤਰੇ ਹਨ, ਔਰ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਸੁਪੁੱਤਰ ਹਨ। ਗੁਰਤਾ ਕਹ ਪਾਰਸ ਹਾਰ ਖਰੋਵਾ ਇਹ ਗੁਰਿਆਈ ਦਾ ਜੋ ਗੁਰਤਾ ਗੱਦੀ ਦਾ ਭਾਰ ਹੈ, ਇਹਨਾਂ ਨੇ ਸਹਾਰਿਆ ਹੈ, ਕਿਉਂਕਿ ਇਹ ਭਾਰ ਹੋਰ ਕੋਈ ਚੱਕ ਨਹੀਂ ਸੀ ਸਕਦਾ। ਉਸ ਵੇਲੇ ਇਸ ਗੱਦੀ ਦੇ ਲਾਇਕ ਹੋਰ ਹੈ ਨਹੀਂ ਸੀ ਕੋਈ। ਇਹੀ ਸਨ ਜਿਹੜੇ ਇਸ ਭਾਰ ਨੂੰ ਚੁੱਕ ਸਕਦੇ ਸਨ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਗਨ ਮੇਲ ਮਸੰਦ ਬਲੰਦ ਮਿਲੇ ਔਰ ਬਹੁਤ ਸਾਰੇ ਮਸੰਦਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ, ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਇਹਨਾਂ ਦੀ ਤਾਬਿਆ ਚੱਲਣਾ ਹੈ, ਇਹਨਾਂ ਨੂੰ ਸਾਡਾ ਰੂਪ ਜਾਣਨਾ ਹੈ। ਉਹ ਮਸੰਦ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆ ਮਿਲੇ ਹਨ। ਜਿਵੇਂ ਸ਼੍ਰੀ ਹਰਿਰਾਏ ਸਭੈ ਤੇ ਮਚੋਵਾ ਜਿਵੇਂ ਗੁਰੂ ਹਰਿਰਾਏ ਸਾਹਿਬ ਨੂੰ ਵੇਖਦੇ ਸਨ, ਉਹਨਾਂ ਉੱਤੇ ਸ਼ਰਧਾ ਰੱਖਦੇ ਸਨ, ਉਹਨਾਂ ਦਾ ਬਚਨ ਮੰਨਦੇ ਸਨ। ਸਿੱਖ ਔਰ ਮਸੰਦ ਸਾਰੀਆਂ ਸੰਗਤਾਂ ਅਤੇ ਮਸੰਦ ਗੁਰੂ 8ਵੇਂ ਪਾਤਸ਼ਾਹ ਨੂੰ ਵੀ ਉਸੇ ਤਰ੍ਹਾਂ ਹੀ ਮੰਨਣ ਲੱਗੀਆਂ ਹਨ। ਨਿਜ ਪਾਸ ਕਰ ਅਰਦਾਸ ਤਸੀ ਵਿਦ ਕਹਿੰਦੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਉਸੇ ਤਰ੍ਹਾਂ ਸੰਗਤਾਂ ਅਰਦਾਸ ਕਰਦੀਆਂ ਨੇ ਜਿਵੇਂ 7ਵੇਂ ਪਾਤਸ਼ਾਹ ਦੇ ਵੱਡਿਆਂ ਗੁਰੂਆਂ ਨੂੰ ਕਰਿਆ ਕਰਦੀਆਂ ਸਨ। ਪਾਇਨ ਪੰਕਜ ਸੀਸ ਨਿਵਾਵੈ ਔਰ ਉਸੇ ਤਰ੍ਹਾਂ ਹੀ ਚਰਨਾਂ ਤੇ ਮੱਥਾ ਟੇਕਦੀਆਂ, ਉਸੇ ਤਰ੍ਹਾਂ ਹੀ ਮਹਾਰਾਜ ਦੀ ਪਰਿਕਰਮਾ ਹੁੰਦੀ ਹੈ, ਉਸੇ ਤਰ੍ਹਾਂ ਹੀ ਮਹਾਰਾਜ ਤਖਤ ਤੇ ਬੈਠਦੇ ਹਨ। ਉਸੇ ਤਰ੍ਹਾਂ ਦੀ ਭਾਵਨਾ ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਹੈ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ। ਗਨ ਅਨ ਉਪਾਇਨ ਕੋ ਅਰਪੈ ਔਰ ਬਹੁਤ ਸੰਗਤਾਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਨੇ ਤੇ ਆਪਣੀਆਂ ਪ੍ਰੇਮ ਭੇਟਾਵਾਂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਦੀਆਂ ਨੇ। ਮਨ ਕਾਮਨ ਆਪ ਅਨੇਕ ਉਠਾਵੈ ਔਰ ਮਨ ਦੀਆਂ ਸਭ ਕਾਮਨਾਵਾਂ ਜਿੰਨੀਆਂ ਵੀ ਕੋਈ ਮਨ 'ਚ ਪੁਰਨੇ ਹੁੰਦੇ ਨੇ, ਮਹਾਰਾਜ ਦੇ ਦਰਸ਼ਨ ਕਰਕੇ ਸ਼ਾਂਤ ਹੋ ਜਾਂਦੇ ਨੇ। ਵੱਖਰੀ ਵੱਖਰੀ ਅਵਸਥਾ ਹੁੰਦੀ, ਕੋਈ ਦੁੱਧ ਮੰਗਣ ਆਉਂਦਾ, ਕੋਈ ਪੁੱਤ ਮੰਗਣ ਆਉਂਦਾ, ਕੋਈ ਸੰਸਾਰੀ ਪਦਾਰਥਾਂ ਦੀ ਅਰਦਾਸ ਕਰਦਾ ਤੇ ਕੋਈ ਮਹਾਰਾਜ ਕੋਲੋਂ ਪਰਮਾਰਥ ਦੀ ਨਾਮ ਦੀ ਦਾਤ ਮੰਗਦਾ ਹੈ, ਕੋਈ ਆਤਮ ਗਿਆਨ ਦੀ ਦਾਤ ਮੰਗਦਾ ਹੈ। ਜੈਸੀ ਜੈਸੀ ਉਹਨਾਂ ਦੀ ਭਾਵਨਾ ਹੁੰਦੀ ਮਹਾਰਾਜ ਪੂਰੀ ਕਰੀ ਜਾਂਦੇ ਹਨ। ਸਮੁਦਾਇ ਸਦਾ ਮਨ ਬਾਛਤ ਪਾਵਤ ਸਮੁਦਾਇ ਭਾਵ ਸਾਰੇ ਹੀ ਹਿੰਦੂ ਮੁਸਲਮਾਨ ਗਰੀਬ ਅਮੀਰ ਦੇਸੀ ਪਰਦੇਸੀ ਜਿੰਨੇ ਵੀ ਹਨ, ਮਨ ਭਾਉਂਦੇ ਫਲ ਉਹਨਾਂ ਨੂੰ ਗੁਰੂ ਘਰ ਤੋਂ ਮਿਲਦੇ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਾਸ ਹੈ ਕਾਮ ਧਿਨ। ਹਾਂਜੀ, ਜੋ ਤਰ ਪਾਵਨ ਕੋਟਿਕ ਆਵੈ ਕਹਿੰਦੇ ਜੋ ਵੀ ਇੱਛਾ ਹੁੰਦੀ ਹੈ ਉਹ ਲੈ ਕੇ ਮਹਾਰਾਜ ਦੇ ਕੋਲ ਭਾਵਨਾ ਲੈ ਕੇ ਆਉਂਦੇ ਹਨ, ਮਹਾਰਾਜ ਪੂਰੀ ਕਰ ਦਿੰਦੇ ਹਨ। ਨਿਜ ਸਿੱਖਿਆਨ ਕੀ ਬਹੁ ਸ਼੍ਰੇਅ ਕਰੈ ਮਹਾਰਾਜ ਆਪਣੇ ਸਿੱਖਾਂ ਦਾ ਕਲਿਆਣ ਕਰ ਰਹੇ ਨੇ, ਸਤਿਗੁਰੂ ਆਪਣੇ ਸਿੱਖਾਂ ਦਾ ਭਲਾ ਕਰ ਰਹੇ ਨੇ। ਉਪਦੇਸ਼ਤ ਗਿਆਨ ਕੋ ਪੇ ਵਚਨਾਵੈ ਆਪਣੇ ਸਿੱਖਾਂ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ ਹਨ ਸਤਿਗੁਰੂ ਮਹਾਰਾਜ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਕਬਿਤ ਦੁਖ ਹਰ ਲੇਤ ਸਿਖ ਬਾਸ਼ਤ ਕੇ ਦੇਤ ਕਰ ਆਹ ਦੁਖ ਹਰ ਲੇਤ ਸਿਖ ਬਾਸ਼ਤ ਕੇ ਦੇਤ ਗੁਰ। ਕਹਿੰਦੇ ਸਤਿਗੁਰੂ ਦੁੱਖਾਂ ਨੂੰ ਹਰ ਲੈਣ ਵਾਲੇ ਹਨ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਮਨ ਬਾਛਤ ਫਲਾਂ ਦੇ ਦਾਤੇ ਹਨ। ਸਤਨਾਮ ਹੇਤ ਲਾਇ ਚੇਤਨਾ ਚਿਤਾਵੈ ਸਤਨਾਮ ਹੇਤ ਲਾਏ, ਸਤਨਾਮ ਦੇ ਨਾਲ ਪ੍ਰੇਮ ਪਾ ਦਿੰਦੇ। ਜਿਹੜੇ ਸਿੱਖ ਵੱਲ ਕਿਰਪਾ ਦ੍ਰਿਸ਼ਟੀ ਕਰਦੇ ਨਾ ਸਾਧ ਸੰਗਤ ਜੀ, ਗੁਰੂ ਦੀ
ਕਿਰਪਾ ਸਾਨੂੰ ਪਹਿਲਾਂ ਤਾਂ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਵੀ ਕਿਰਪਾ ਹੋਈ ਹੈ ਕਿ ਅਸੀਂ ਮਨੁੱਖਾ ਜਨਮ ਵਿੱਚ ਆ ਗਏ, ਸਾਨੂੰ ਇਨਸਾਨ ਦਾ ਜਾਮਾ ਮਿਲਿਆ। ਫਿਰ ਇਹ ਕਿਰਪਾ ਹੋਈ ਹੈ ਵੀ ਅਸੀਂ ਮਹਾਰਾਜ ਦੇ ਗੁਰਸਿੱਖਾਂ ਦੇ ਘਰ ਜਨਮ ਲਿਆ ਹੈ, ਪੰਜਾਬੀਆਂ ਦੇ ਘਰ ਜਨਮ ਲਿਆ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜੋਗੇ ਹੋਏ ਹਾਂ। ਇਹ ਸਾਨੂੰ ਦੂਜੀ ਕਿਰਪਾ ਹੈ। ਅੱਖਾਂ, ਨੱਕ, ਕੰਨ, ਹੱਥ, ਪੈਰ ਵੇਖਣ, ਸੁਣਨ, ਤੁਰਨ ਫਿਰਨੋਂ ਦਿੱਤੇ ਨੇ, ਇਹ ਉਹਦੀ ਕਿਰਪਾ ਹੈ। ਖਾਣ ਪੀਣ ਨੂੰ ਪ੍ਰਸ਼ਾਦਾ ਭੋਜਨ ਦੇ ਰਿਹਾ, ਕੱਪੜਾ ਲੱਤਾ ਦੇ ਰਿਹਾ, ਮਕਾਨ ਦੁਕਾਨ ਸਭ ਕੁਝ ਦਿੱਤਾ ਹੋਇਆ, ਉਹਦੀ ਕਿਰਪਾ ਹੈ। ਵੱਡੀ ਕਿਰਪਾ ਉਸ ਦਿਨ ਹੋਵੇਗੀ ਜਿਸ ਦਿਨ ਸਤਿਗੁਰੂ ਨਾਮ ਦੀ ਦਾਤ ਦੇਣਗੇ। ਸਵਾਸ ਸਵਾਸ ਰੋਮ ਰੋਮ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ 'ਚ ਵਸੇਗਾ, ਉਹ ਬੜੀ ਵੱਡੀ ਕਿਰਪਾ ਹੋਵੇਗੀ। ਉਸ ਤੋਂ ਵੱਡੀ ਕਿਰਪਾ ਉਦੋਂ ਹੋਵੇਗੀ ਜਦੋਂ ਸਤਿਗੁਰੂ ਜੀ ਨਾਮ ਜਪਾ ਕੇ ਸਾਡੀ ਸੁਰਤ ਨੂੰ ਉਸ ਬ੍ਰਹਮ ਦੇ ਵਿੱਚ ਲੀਨ ਕਰ ਦੇਣਗੇ ਤੇ ਸਾਖਸ਼ਾਤ ਹੋ ਜਾਏਗਾ। ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਵਾਲੀ ਅਵਸਥਾ ਵਾਪਰੇਗੀ। ਇਹ ਸਭ ਸਹਿਜੇ ਸਹਿਜੇ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਨਾਮ ਲਾਏ ਹੇਤ ਜੇ ਚੇਤਨਾ ਉਠਾਵੀ, ਮਹਾਰਾਜ ਸੱਚੇ ਪਾਤਸ਼ਾਹ ਨਾਮ ਵਿੱਚ ਜੋੜ ਕੇ ਸਿੱਖ ਨੂੰ ਚੇਤੇ ਕਰਾ ਦਿੰਦੇ ਨੇ ਵਾਹਿਗੁਰੂ ਦਾ ਸਰੂਪ। ਮਨ ਕੇ ਵਿਕਾਰ ਨਾਸ਼ ਕਰੈ ਏਕ ਬਾਰ ਗਨ, ਮਹਾਰਾਜ ਸਿੱਖ ਦੇ ਮਨ ਦੇ ਸਾਰੇ ਵਿਕਾਰ ਇੱਕੋ ਵਾਰੀ ਨਾਸ਼ ਕਰ ਦਿੰਦੇ ਨੇ। ਐਸੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਬਾਲਾ ਪ੍ਰੀਤਮ ਜੀ ਹਨ। ਧੀਰਜ ਧਰਮ ਦਇਆ ਗੁਣ ਕੋ ਵਧਾਵੈ, ਮਹਾਰਾਜ ਆਪਣੇ ਸਿੱਖਾਂ ਨੂੰ ਧੀਰਜ ਧਰਮ ਦੇ ਦਾਤੇ ਹਨ, ਦਇਆ ਦੇ ਦਾਤੇ ਹਨ, ਬੜੇ ਗੁਣਾਂ ਦੇ ਦਾਤੇ ਹਨ ਮਹਾਰਾਜ ਜੀ। ਸਮਤਾ ਸੰਤੋਖ ਸ ਸੰਤੋਖ ਸਿੰਘ ਰੇ ਦੇ ਬਾਸ, ਕਵੀ ਸੰਤੋਖ ਸਿੰਘ ਜੀ ਲਿਖਦੇ ਆ ਵੀ ਮਹਾਰਾਜ ਦੇ ਮਨ 'ਚ ਸੰਤੋਖ ਵਸਦਾ ਹੈ, ਖਿਮਾ ਵਸਦੀ ਹੈ, ਧੀਰਜ ਵਸਦੀ ਹੈ, ਦਇਆ ਵਸਦੀ ਹੈ, ਸਮਤਾ ਵਸਦੀ ਹੈ, ਕਰਨਾ ਮੁਦਤਾ ਮੈਤਰੀ ਚਤੁਰੁਪੇਖਿਆ ਜਾਣ। ਇਹ ਜਿਹੜੀਆਂ ਸਾਰੀਆਂ ਸ਼ੁਭ ਚੀਜ਼ਾਂ ਹਨ, ਸਾਰੇ ਸ਼ੁਭ ਗੁਣ ਹਨ, ਉਹ ਹਜੂਰ ਦੇ ਹਿਰਦੇ 'ਚ ਵਸਦੇ ਹਨ। ਸਿੱਖੀ ਕੋ ਪ੍ਰਕਾਸ਼ ਨਿਕੇ ਸਗਮ ਬਤਾਵੈ, ਔਰ ਮਹਾਰਾਜ ਸਿੱਖੀ ਦਾ ਪ੍ਰਕਾਸ਼ ਚੰਗੀ ਤਰ੍ਹਾਂ ਸਿੱਖਾਂ ਦੇ ਹਿਰਦੇ ਦੇ ਵਿੱਚ ਸੁਗਮ ਹੀ, ਕਿਉਂਕਿ ਸਿੱਖੀ ਇੰਨੀ ਸੌਖੀ ਨਹੀਂ ਜਿੰਨੇ ਆਪਾਂ ਅੱਜ ਕੱਲ੍ਹ ਸਮਝੀ ਬੈਠੇ ਆ। ਆਪਾਂ ਨੂੰ ਤਾਂ ਇੰਨਾ ਪਤਾ ਵੀ ਗੁਰਦੁਆਰੇ ਆਓ, ਮੱਥਾ ਟੇਕੋ, ਕੜਾਹ ਪ੍ਰਸ਼ਾਦ ਲਓ, ਲੰਗਰ ਪਾਣੀ ਛਕੋ ਤੇ ਵਾਹਿਗੁਰੂ ਜੀ ਕੀ ਫਤਿਹ ਘਰ ਨੂੰ ਚੱਲੋ। ਇਹ ਵੀ ਠੀਕ ਹੈ, ਮੈਂ ਇਹਦੀ ਨਿੰਦਾ ਨਹੀਂ ਕਰ ਰਿਹਾ, ਪਰ ਸਿੱਖੀ ਦੂਰ ਹੈ। ਆਖੋ ਸ੍ਰੀ ਵਾਹਿਗੁਰੂ, ਇਹ ਇੱਕ ਊੜਾ ਐੜਾ ਹੀ ਹੈ ਸਮਝੋ। ਪਰ ਇਹਦਾ ਮਤਲਬ ਜੇ ਊੜਾ ਐੜਾ ਆਪਾਂ ਨੂੰ ਪੜ੍ਹਨਾ ਆ ਗਿਆ ਤਾਂ ਇਹਦਾ ਮਤਲਬ ਅੱਗੇ ਪੜ੍ਹਾਈ ਬੰਦ ਤਾਂ ਨਹੀਂ ਹੁੰਦੀ, ਅੱਗੇ ਫਿਰ ਬੜੀਆਂ ਖੇਡਾਂ ਨੇ। ਕਹਿੰਦੇ ਉਹ ਜਿਹੜੀ ਇੰਨੀ ਕਠਿਨ ਖੇਡ ਹੈ ਨਾ, ਉਹ ਸੌਖੇ ਹੀ ਸਿੱਖ ਨੂੰ ਸਮਝਾ ਦਿੰਦੇ ਆ। ਚੰਗਾ ਟੀਚਰ ਹੋਵੇ ਨਾ, ਚੰਗਾ ਪ੍ਰੋਫੈਸਰ ਹੋਵੇ, ਤੇ ਉਹ ਸਾਇੰਸ ਦੇ ਮੈਥ ਦੇ ਡਿਫਿਕਲਟ ਜਿਹੜੇ ਫਾਰਮੂਲੇ ਨੇ ਉਹ ਸੌਖੇ ਤਰੀਕੇ ਨਾਲ ਸਮਝਾ ਦਿੰਦਾ। ਤੇ ਸਿੱਖੀ ਦੇ ਤਾਂ ਫਾਰਮੂਲੇ ਬੜੇ ਕਠਿਨ ਨੇ, ਉਹ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੌਖਿਆ ਹੀ ਹੱਲ ਕਰ ਦਿੰਦੇ ਹਨ। ਜਾਨ ਸਿੱਖ ਆਪਨੋ ਹਰਤ ਤੀਨ ਤਾਪਨੋ, ਆਪਣਾ ਸਿੱਖ ਜਾਣ ਕੇ ਉਹਦੇ ਤਿੰਨੇ ਤਾਪ ਆਦੀਆਂ ਵਿਆਦੀਆਂ ਉਪਾਦੀਆਂ, ਆਦਿ ਦੇਵਕ, ਆਦਿ ਭੌਤਿਕ, ਆਦਿ ਦੇਵਕ, ਆਦਿ ਆਤਮ, ਸਾਰੇ ਤਾਪ ਦੂਰ ਕਰ ਦਿੰਦੇ ਸਤਿਗੁਰੂ ਜੀ। ਬਿਨਾ ਹੀ ਤਪ ਤਾਪਨੋ ਸਫਲ ਮਹਾ ਪਾਵੈ, ਮਹਾਰਾਜ ਸੱਚੇ ਪਾਤਸ਼ਾਹ ਬਿਨਾ ਤਪ ਕੀਤਿਆਂ ਹੀ, ਬਿਨਾ ਹੀ ਤਪ ਤਾਪਨੋਂ ਸਫਲ ਮਹਾ ਪਾਵੀ, ਬਿਨਾ ਤਪ ਕੀਤਿਆਂ ਹੀ ਸਿੱਖ ਨੂੰ ਵੱਡੇ ਫਲ ਮਿਲੇ। ਦਰਸ਼ਨ ਕਰ ਲਵੇ। ਉਹ ਜਿਹੜਾ ਛੱਜੂ ਝੀਵਰ ਸੀਗਾ ਗੂੰਗਾ, ਉਹਨੇ ਮਹਾਰਾਜ ਸੱਚੇ ਪਾਤਸ਼ਾਹ 8ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗੀਤਾ ਦਾ ਗਿਆਤਾ ਬਣ ਗਿਆ। ਕਿਰਪਾ ਕਰਤੀ ਉੱਤੇ। ਇਹੋ ਜਿਹੇ ਦਾਤੇ ਹਨ ਜਿਸ ਡਿਠੇ ਸਭ ਦੁੱਖ ਜਾਏ। ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਭੇਟ ਦੇਣ ਚ, ਕਹਿੰਦੇ ਦੇਸਾਂ ਦੇਸਾਂ ਤੋਂ ਦੂਰੋਂ ਦੂਰੋਂ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਤੇ ਆਪਣੀਆਂ ਪ੍ਰੇਮ ਭੇਟਾਵਾਂ ਗੁਰੂ ਮਹਾਰਾਜ ਨੂੰ ਅਰਪਣ ਕਰਦੀਆਂ ਹਨ। ਤਰਸ ਅਸ਼ੇਸ਼ ਲੈ ਕਲੇਸ਼ਨ ਵਿਨਾਸ਼ ਤੇ, ਔਰ ਸਾਰੇ ਲੋਕ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ ਤੇ ਸਾਰੇ ਕਲੇਸ਼ ਉਹਨਾਂ ਦੇ ਬਿਨਸ ਜਾਂਦੇ ਹਨ। ਪਸਰਿਓ ਸਜਸ ਜਹਾਂ ਕਹਾਂ ਸਭ ਲੋਕ ਕਹੈ, ਸਭ ਥਾਂ ਤੇ ਜਿੱਥੇ ਕਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਪਸਰ ਗਿਆ ਹੈ। ਜੈ ਜੈਕਾਰ ਜਪੰਥ ਨਰਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ। ਬਾਲਕ ਸਰੂਪ ਤੇਜ ਅਦਕ ਪ੍ਰਕਾਸ਼ ਤੇ, ਸਭ ਲੋਕ ਕਹਿੰਦੇ ਨੇ ਵੀ ਸਰੂਪ ਤਾਂ ਬੱਚਿਆਂ ਵਾਲਾ ਹੈ, ਭਾਵ 5.5 ਸਾਲ ਦੇ ਹਨ ਤੇ ਪਰ ਪ੍ਰਕਾਸ਼ ਤੇਜ ਦੇ ਪੁੰਜ ਹਨ।
ਜਿੱਧਰ ਵੀ ਮਿਹਰ ਦੀ ਨਿਗਾਹ ਕਰਦੇ ਨੇ ਉਸੇ ਵੇਲੇ ਦੁੱਖ ਕੱਟ ਦਿੰਦੇ ਨੇ, ਉਸੇ ਵੇਲੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਇਤਨੀ ਸ਼ਕਤੀ ਦੇ ਮਾਲਕ ਹਨ ਮਹਾਰਾਜ 8ਵੇਂ ਪਾਤਸ਼ਾਹ ਜੀ। ਧਰਾ ਸਿੰਧ ਮੇਖਲਾ ਸਕਲ ਥਾਨ ਮਨ ਮਨ। ਆ ਧਰਤੀ, ਸਮੁੰਦਰ, ਪਹਾੜ, ਸਾਰੀਆਂ ਧਰਤੀਆਂ, ਸਾਰੀ ਥਾਵਾਂ ਉੱਤੇ ਮਹਾਰਾਜ ਨੂੰ ਸਭ ਲੋਕ ਮੰਨਦੇ ਹਨ। ਆਨਤ ਮਨੋਤ ਕੋ ਮਨੋਰਥ ਕੇ ਵਾਸਤੇ। ਲੋਕ ਆਪਣੇ ਮਨੋਰਥ ਪੂਰੇ ਕਰਨ ਲਈ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਕੀਰਤਪੁਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੁੰਦੇ ਹਨ। ਭੀੜ ਆਸ ਪਾਸ ਤੇ ਨਾ ਜਾਗੇ ਸੁਖ ਆਸ ਤੇ। ਸੰਗਤਾਂ ਦੀ ਭੀੜ ਆਸ-ਪਾਸ ਬਣੀ ਰਹਿੰਦੀ ਹੈ। ਹਰ ਵੇਲੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਹਜ਼ਾਰਾਂ ਸੰਗਤਾਂ ਮੱਥੇ ਟੇਕਣ ਵਾਲੀਆਂ ਦਾ, ਆਉਣ ਜਾਣ ਵਾਲੀਆਂ ਦਾ ਜਥਾ ਜੰਮਿਆ ਰਹਿੰਦਾ ਹੈ। ਕੀਰਤਨ ਹੁੰਦਾ ਰਹਿੰਦਾ ਹੈ, ਕਥਾ ਹੁੰਦੀ ਰਹਿੰਦੀ ਹੈ, ਲੰਗਰ ਚੱਲਦੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਨਿਤ ਨਵੀਆਂ ਖੁਸ਼ੀਆਂ ਹੁੰਦੀਆਂ ਹਨ। ਸ਼ਬਦ ਕੇ ਬਿਲਾਸ ਤੇ ਭਗਤ ਮਹਿ ਹੁਲਾਸ ਤੇ। ਸ਼ਬਦ ਕੀਰਤਨ ਦਾ ਇੰਨਾ ਬਿਲਾਸ ਹੈ, ਇੰਨੀ ਭਗਤੀ ਦਾ ਹੁਲਾਸ ਹੈ ਕਿ ਹਰ ਇੱਕ ਸਿੱਖ ਦੇ ਰੋਮ ਰੋਮ 'ਚ ਗੁਰੂ ਦੀ ਭਗਤੀ ਵਸੀ ਹੋਈ ਹੈ। ਗੁਰੂ ਹਰਿਕ੍ਰਿਸ਼ਨ ਬਿਦਤ ਭਏ ਪੁਰ ਪੁਰ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਰ ਨਗਰ, ਸ਼ਹਿਰ, ਪਿੰਡ 'ਚ ਮਸ਼ਹੂਰ ਹੋ ਗਏ ਹਨ, ਪ੍ਰਸਿੱਧ ਹੋ ਗਏ ਹਨ। ਸੰਗਤ ਅਨੇਕ ਇੱਕ ਆਵਹ ਇੱਕ ਜਾਤ ਹੈ। ਸੰਗਤਾਂ ਅਨੇਕਾਂ ਹੀ ਨੇ, ਇੱਕ ਆ ਰਹੇ ਨੇ ਜਥੇ ਤੁਰਦੇ, ਇੱਕ ਜਾ ਰਹੇ ਨੇ, ਰੌਣਕਾਂ ਹੀ ਲੱਗੀਆਂ ਰਹਿੰਦੀਆਂ ਨੇ। ਕੀਰਤ ਕਰਤ ਦੁਖ ਹਰਤ ਦਰਸ ਕਰ। ਮਹਾਰਾਜ ਦੀ ਕੀਰਤੀ ਸਭ ਕਰਦੇ ਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੈ ਜੈਕਾਰ ਕਰਦੇ ਨੇ ਤੇ ਦੁੱਖਾਂ ਤੋਂ ਦੂਰ ਹੁੰਦੇ ਨੇ, ਦੁੱਖ ਉਹਨਾਂ ਦੇ ਹਰੇ ਜਾਂਦੇ ਨੇ। ਪਰਮ ਪ੍ਰਸੰਨਤਾ ਕੋ ਉਰ ਉਪਜਾਤ ਹੈ। ਮਨ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਸਿੱਖਾਂ ਦੇ ਮਹਾਰਾਜ ਦੇ ਦਰਸ਼ਨ ਕਰਕੇ। ਜ਼ੇਵਰ ਜ਼ਰਾਬ ਚਰਿਓ ਜਾਹਰ ਜਗਤ ਜੋਤ। ਮਹਾਰਾਜ ਦੀ ਜਾਗਦੀ ਜੋਤ ਹੈ। ਹੀਰੇ ਮੋਤੀ ਸੋਨੇ ਚਾਂਦੀ ਦੇ ਨਾਲ ਮਹਾਰਾਜ ਦਾ ਸ਼ਿੰਗਾਰ ਮਾਤਾ ਕਿਸ਼ਨ ਕੌਰ ਜੀ ਆਪ ਕਰਦੇ ਹਨ। ਸੁੰਦਰ ਬਸਤਰ ਪਵਾ ਕੇ ਚੋਲਾ ਤੇ ਸੁੰਦਰ ਦਸਤਾਰ, ਹਜੂਰੀਆ ਤੇ ਮਹਾਰਾਜ ਦੇ ਸੀਸ ਤੇ ਕਲਗੀ ਮੋਤੀਆਂ ਦੀ ਜੜੀ ਹੋਈ, ਗਲ ਦੇ ਵਿੱਚ ਮੋਤੀਆਂ ਦੀ ਮਾਲਾ, ਸੋਨੇ ਦੇ ਕੁੰਡਲ, ਸਤਿਗੁਰੂ ਪਾਤਸ਼ਾਹ ਦਾ ਸਰੀਰ ਪੂਰਨ ਸ਼ਿੰਗਾਰ ਕੇ ਸੋਨੇ ਦੇ ਕੜੇ ਦੋਹਾਂ ਹੱਥਾਂ ਵਿੱਚ ਪਾਏ ਹੁੰਦੇ ਨੇ ਤੇ ਹਜੂਰ ਮਹਾਰਾਜ ਤਖਤ ਤੇ ਜਦੋਂ ਬੈਠਦੇ ਨੇ ਬਾਦਸ਼ਾਹਾਂ ਵਰਗਾ ਪ੍ਰਭਾਵ ਹੁੰਦਾ ਹੈ। ਜੇਬ ਦੇ ਅਜਾਇਬ ਜਬਰ ਜਾਣਾ ਜਾਤ ਹੈ। ਮਹਾਰਾਜ ਦੀ ਜੇਬ ਸੋਭਾ ਚਮਕ ਦਮਕ ਬੜੀ ਅਜਾਇਬ ਹੁੰਦੀ ਹੈ। ਉਦਾਂ ਦਾ ਦੁਨੀਆ ਦੇ ਰਾਜੇ ਮਹਾਰਾਜੇ ਵੀ ਗਹਿਣੇ ਪਾ ਕੇ ਬੈਠਦੇ, ਪਰ ਉਹ ਪ੍ਰਕਾਸ਼ ਨਹੀਂ ਨਾ ਹੁੰਦਾ ਜਿਹੜਾ ਅੰਦਰਲਾ ਹੈ। ਉਹ ਅੰਦਰਲਾ ਪ੍ਰਕਾਸ਼ ਮਹਾਰਾਜ ਦਾ ਤੇ ਬਾਹਰੀ ਪ੍ਰਕਾਸ਼ ਰਲ ਕੇ ਫਿਰ ਉਹਦੀ ਕੋਈ ਮਹਿਮਾ ਕਥਨ ਕਰ ਹੀ ਨਹੀਂ ਸਕਦਾ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰੋ ਰਾਮ ਰਾਜੇ। ਗਿਆਨ ਅਵਦਾਤ ਹੈ, ਆਨੰਦ ਉਮਗਾਤ ਹੈ। ਮਹਾਰਾਜ ਗਿਆਨ ਦੇ ਦਾਤੇ ਹਨ, ਆਨੰਦ ਦੇ ਦਾਤੇ ਹਨ, ਭਗਤਾਂ ਸੇਵਕਾਂ ਨੂੰ ਖੁਸ਼ੀਆਂ ਵੰਡਣ ਵਾਲੇ ਹਨ। ਮਹਾਰਾਜ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ। ਬਿਲੰਦ ਸਭ ਭਾਂਤ ਹੈ, ਮਨਾਵੇ ਸਭ ਜਾਤ ਹੈ। ਬਿਲੰਦ ਸਭ ਭਾਂਤ, ਹਰ ਤਰ੍ਹਾਂ ਨਾਲ ਵੱਡੇ ਹਨ ਤੇ ਸਭ ਦੁਨੀਆ ਮੰਨਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਨੂੰ ਹਰ ਇਨਸਾਨ ਮਹਿਸੂਸ ਕਰਦਾ ਹੈ। ਸਾਧ ਸੰਗਤ ਜੀ, ਇੱਕੋ ਗੱਲ ਹੈ, ਸ਼ਰਧਾ ਹੋਵੇ ਨਾ ਤੇ ਗੁਰੂ ਦੇ ਦਰਸ਼ਨ ਹੋ ਜਾਂਦੇ ਆ। ਜੇ ਸ਼ਰਧਾ ਨਾ ਹੋਵੇ, ਅੱਖਾਂ ਤੋਂ ਅੰਨੇ ਨੂੰ ਤਾਂ ਹੁਣ ਸੂਰਜ ਦੇ ਦਰਸ਼ਨ ਨਹੀਂ ਨਾ ਹੁੰਦੇ। ਨਾਸਤਕ ਬੰਦੇ ਨੂੰ ਤਾਂ ਕੀ ਪਤਾ ਲੱਗਣਾ। ਪਰ ਜਿਨ੍ਹਾਂ ਉਹ ਸਮਾਂ ਸੀ ਨਾ ਜਿਹੜਾ ਪਿਛਲਾ, ਉਹਨੂੰ ਲੋਕ ਕਹਿੰਦੇ ਸਤਜੁਗ ਸੀਗਾ। ਇਹ ਮੈਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਤੇ ਕਈ ਵਾਰੀ ਅਸੀਂ ਵੀ ਸੋਚਦੇ ਹੁੰਦੇ ਆ, ਆਪਣੇ ਬੱਚਿਆਂ ਨੂੰ ਕਹਿੰਦੇ ਹੁੰਦੇ, ਪੁੱਤਰ ਵੀ ਜਿਹੜਾ ਟਾਈਮ ਅਸੀਂ ਵੇਖਿਆ ਨਾ ਉਹ ਸਤਜੁਗ ਸੀਗਾ। ਤੇ ਹੋ ਸਕਦਾ ਸਾਡੇ ਬੱਚੇ ਕਹਿਣ ਵੀ ਜਿਹੜਾ ਅਸੀਂ ਟਾਈਮ ਵੇਖਿਆ ਉਹ ਸਤਜੁਗ ਸੀ। ਇਹ ਵੀ ਹੋਣਾ, ਕਿਉਂਕਿ ਅੱਗੇ ਜਿਉਂ-ਜਿਉਂ ਜਾਏਗਾ ਨਾ ਜ਼ਮਾਨਾ, ਕਲਯੁਗ ਵਧੇਗਾ। ਕਲਯੁਗ ਜੇ ਜਵਾਨ ਹੋ ਰਿਹਾ ਤੇ ਜਿਹੜਾ ਪਿਛਲਾ ਸਮਾਂ ਸੀ ਨਾ, ਉਦੋਂ ਲੋਕਾਂ 'ਚ ਸਤ ਸੀ, ਸੰਤੋਖ ਸੀ, ਦਇਆ ਸੀ, ਧਰਮ ਸੀ, ਸ਼ਰਧਾ ਸੀ, ਭਗਤੀ ਸੀ। ਉਹ ਲੋਕ ਮਹਾਰਾਜ ਦੇ ਦਰਸ਼ਨ ਕਰ ਕਰਕੇ ਖੁਸ਼ ਹੁੰਦੇ ਸੀ ਤੇ ਉਹਨਾਂ ਨੂੰ ਉਸ ਪਰਲੇ ਪਾਸੇ ਦਾ ਜਿਹੜਾ ਸਰੂਪ ਹੈ ਅਕਾਲ ਪੁਰਖ ਦਾ, ਉਹਦਾ ਗਿਆਨ ਹੁੰਦਾ ਸੀ। ਅੱਜ ਮਾਇਆ ਦੇ ਪਦਾਰਥਾਂ ਦਾ, ਭੌਤਿਕ ਪਦਾਰਥਾਂ ਦਾ ਗਿਆਨ ਵੱਧ ਰਿਹਾ ਹੈ, ਬਾਹਰਲੀ ਨੌਲੇਜ ਵੱਧ ਰਹੀ ਹੈ ਤੇ ਉਹ ਜਿਹੜੀ ਪਰਾਲੌਕਿਕ ਵਿਦਿਆ ਹੈ ਉਹ ਘਟ ਰਹੀ ਹੈ। ਹਾਂਜੀ, ਦੋਹਰਾ ਕਿਤਕ ਕਾਲ ਬੀਤਤ ਭਇਆ। ਕੁਝ ਸਮਾਂ ਇਸ ਤਰ੍ਹਾਂ ਬੀਤਿਆ। ਕਰਤਾ ਲਗ ਸਤ ਦੀਨ। ਮਹਾਰਾਜ ਨੇ ਆਪਣੇ ਛੋਟੇ ਪੁੱਤਰ ਨੂੰ ਗੁਰਿਆਈ ਦਿੱਤੀ। ਗੁਰੂ ਹਰਿਰਾਏ ਸਾਹਿਬ ਜੀ ਨੇ ਰਾਮ ਰਾਏ ਬੜ ਪੁੱਤਰ ਸਨ। ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਖਬਰ ਪਹੁੰਚ ਗਈ।
ਬਾਬਾ ਜੀ ਦਿੱਲੀ 'ਚ ਮਜਨੂ ਦੇ ਟਿੱਲੇ ਉੱਥੇ ਬੜਾ ਵੱਡਾ ਸਥਾਨ ਬਣਾਈ ਬੈਠੇ ਸਨ। ਬਾਦਸ਼ਾਹ ਉਹਨਾਂ ਦੀ ਬਹੁਤ ਆਓ ਭਗਤ ਕਰਦਾ ਸੀ, ਲੱਖਾਂ ਰੁਪਈਆਂ ਦਾ ਚੜਾਵਾ ਚੜਦਾ ਸੀ। ਇੱਕ ਤਰ੍ਹਾਂ ਨਾਲ ਬਾਬਾ ਰਾਮ ਰਾਏ ਦਾ ਡੇਰਾ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਡੇਰੇ ਨਾਲੋਂ ਵੀ ਵੱਡਾ ਲੱਗਦਾ ਸੀ ਮਾਇਕ ਤੌਰ ਤੇ, ਕਿਉਂਕਿ ਹਜ਼ਾਰਾਂ ਸੰਗਤਾਂ ਦਿੱਲੀ ਦੀਆਂ ਤੇ ਹੋਰ ਉਹ ਉਹਨਾਂ ਨੂੰ ਮੰਨਣ ਲੱਗ ਪਈਆਂ। ਨਵੀਆਂ ਸੰਗਤਾਂ ਬਹੁਤ ਉਹਨਾਂ ਨੇ ਜੋੜ ਲਈਆਂ। ਉੱਥੇ ਵੀ ਕਥਾ ਕੀਰਤਨ ਦੇ ਪ੍ਰਵਾਹ ਬਹੁਤ ਚੱਲਦੇ ਸਨ ਬਾਣੀ ਦੇ। ਤੇ ਬਾਬਾ ਰਾਮ ਰਾਏ ਜੀ ਨੂੰ ਪਤਾ ਲੱਗਾ, ਇਹ ਗੱਲ ਹੁਣ ਸਾਰੇ ਪਾਸੇ ਪਸਰ ਗਈ ਵੀ ਅਸਲ ਜਿਹੜੀ ਗੱਦੀ ਹੈ ਉਹ ਪਿਤਾ ਜੀ ਛੋਟੇ ਭਾਈ ਨੂੰ ਦੇ ਗਏ ਨੇ, ਤੇ ਮੇਰੇ ਵੱਲੋਂ ਸਭ ਨੂੰ ਪਤਾ ਹੈ ਵੀ ਵੱਡੇ ਪੁੱਤਰ ਨੂੰ ਗੁਰੂ ਘਰ ਤੋਂ ਬੇਦਖਲ ਕੀਤਾ ਹੋਇਆ। ਇਸ ਕਰਕੇ ਬਾਬਾ ਰਾਮ ਰਾਏ ਜੀ ਅੰਦਰੋਂ ਬੜੇ ਦੁਖੀ ਹੋਏ, ਪਛਤਾਵਤ ਮਨ ਦੀਨ, ਤੇ ਮਨ 'ਚ ਪਛਤਾਵਾ ਬੜਾ ਹੋਇਆ ਵੀ ਮੇਰੇ ਕਰਮ ਕਿੱਡੇ ਮਾੜੇ ਐ ਵੀ ਪਿਤਾ ਜੀ ਮੈਨੂੰ ਗੁਰਿਆਈ ਗੱਦੀ ਤੋਂ ਵਾਂਝਾ ਕਰ ਗਏ ਨੇ। ਗੱਦੀ ਤਾਂ ਮੈਨੂੰ ਮਿਲਣੀ ਚਾਹੀਦੀ ਸੀ, ਵੱਡਾ ਪੁੱਤਰ ਮੈਂ ਸੀ, ਤੇ ਛੋਟੇ ਭਾਈ ਨੂੰ ਕਿਉਂ ਦੇ ਗਏ ਨੇ। ਸਵਈਆ ਦੇਖੋ ਕਹਾ ਇਹ ਬਾਤ ਭਈ। ਸੋਚਾਂ 'ਚ ਪਿਆ ਹੋਏ ਬਾਬਾ ਰਾਮ ਰਾਏ ਜੀ ਕਹਿੰਦੇ, ਦੇਖੋ ਇਹ ਕੀ ਭਾਣਾ ਵਰਤਿਆ ਹੈ। ਪਹਿਲੇ ਮੁਝ ਕੋ ਬਹੁ ਦੇ ਵਡਿਆਈ, ਪਹਿਲਾਂ ਮੈਨੂੰ ਵਡਿਆਈ ਦਿੱਤੀ ਪਿਤਾ ਜੀ ਨੇ, ਮੈਨੂੰ ਦਿੱਲੀ ਭੇਜਿਆ ਬਾਦਸ਼ਾਹ ਔਰੰਗਜ਼ੇਬ ਦੇ ਕੋਲ। ਮਾਥ ਪੈ ਹੱਥ ਧਰਿਓ ਹਿਤ ਸਾਥ, ਉਹ ਮੇਰੇ ਮੱਥੇ ਤੇ ਹੱਥ ਰੱਖਿਆ, ਮੈਨੂੰ ਥਾਪੀ ਦਿੱਤੀ, ਮੈਨੂੰ ਸਾਰੀਆਂ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਬਣਾ ਕੇ ਭੇਜਿਆ ਸਤਿਗੁਰੂ ਜੀ ਨੇ। ਕਰਿਓ ਸਮਰੱਥ ਰਖਿਓ ਸਮਦਾਈ, ਔਰ ਮੈਨੂੰ ਸਮਰੱਥ ਬਣਾ ਕੇ ਬਾਬਾ ਰਾਮ ਰਾਏ ਜੀ ਨੂੰ ਮਹਾਰਾਜ ਨੇ ਪਾਵਰ ਤਾਂ ਪੂਰੀ ਦਿੱਤੀ ਸੀ। ਕਿਹਾ ਸੀ ਜੋ ਵੀ ਤੂੰ ਮੂੰਹ ਤੋਂ ਬੋਲੇਗਾ ਨਾ 32 ਦੰਦਾਂ ਤੋਂ ਪੂਰਾ ਹੋਏਗਾ। ਇਹ ਪਾਵਰ ਦਿੱਤੀ ਮਹਾਰਾਜ ਸਤਵੇਂ ਪਾਤਸ਼ਾਹ ਨੇ। ਇਸ ਤੋਂ ਵੱਧ ਕੇ ਹੋਰ ਹੁਣ ਕੀ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਇੰਨੀ ਪਾਵਰ ਮੈਨੂੰ ਦਿੱਤੀ ਸੀ। ਕੀਨ ਕਿਰਪਾ ਸ਼ਕਤੀ ਬੜ ਦੀਨ, ਕਿਰਪਾ ਕਰਕੇ ਮੈਨੂੰ ਵੱਡੀ ਸ਼ਕਤੀ ਦਾ ਮਾਲਕ ਬਣਾਇਆ ਸੀ। ਜਥਾ ਕਹਿ ਬਾਕ ਤਥਾ ਹੋਏ ਜਾਈ, ਜਿਵੇਂ ਕਹੇਗਾ ਪੁੱਤਰ ਰਾਮ ਰਾਏ ਉਵੇਂ ਹੀ ਹੋਵੇਗਾ। ਇਹ ਕਹਿ ਕੇ ਤੋਰਿਆ ਸੀ ਦਿੱਲੀ ਵੱਲ। ਆਪ ਪਰੇਸ਼ਾਨ ਹੋਇਆ ਮੋਹਿ ਪਠਿਓ ਇਤ, ਤੇ ਆਪ ਖੁਸ਼ੀ ਨਾਲ ਮੈਨੂੰ ਦਿੱਲੀ ਭੇਜਿਆ ਸੀ। ਸੰਗਤ ਸਿੱਖੇ ਨੇ ਸੰਗਰ ਲਾਈ, ਤੇ ਹਜ਼ਾਰਾਂ ਸੰਗਤਾਂ ਮੇਰੇ ਨਾਲ ਰਲੀਆਂ। ਉਥੋਂ ਵੀ ਸਿੱਖ ਭੇਜੇ, ਭਾਈ ਬਹਿਲੋ ਬੰਸੀ, ਭਾਈ ਤਾਰਾ ਚੰਦ, ਗੁਰਦਾਸ, ਮਸੰਦ ਸਨ ਗੁਰੂ ਘਰ ਦੇ ਸਤਵੇਂ ਪਾਤਸ਼ਾਹ ਦੇ ਸੇਵਾਦਾਰ। ਇਹਨਾਂ ਨੂੰ ਮਹਾਰਾਜ ਨੇ ਬਾਬੇ ਰਾਮ ਰਾਏ ਦੇ ਨਾਲ ਭੇਜਿਆ, ਹੋਰ ਵੀ ਕਈ ਮਸੰਦਾਂ ਨੂੰ ਭੇਜਿਆ। ਤੇ ਇਹ ਸਾਰੇ ਹੁਣ ਏਡੇ ਵੱਡੇ ਮੁਖੀ ਬੰਦੇ ਵੀ ਮੇਰੇ ਨਾਲ ਹਨ। ਮੈਂ ਪਰ ਆਏ ਕਾ ਸ਼ਾਹ ਕੇ ਸਾਥ, ਤੇ ਮੈਂ ਇੱਥੇ ਦਿੱਲੀ 'ਚ ਆ ਕੇ ਗੁਰੂ ਘਰ ਦੀ ਮਹਿਮਾ ਵਧਾਈ ਹੈ, ਘਟਾਈ ਤਾਂ ਨਹੀਂ। ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੈਂ ਪ੍ਰੇਮ ਬਣਾਇਆ ਹੈ। ਮਿਲਿਓ ਸਭ ਰੀਤ ਕੇ ਕਾਰਜ ਸਵਾਰੇ, ਬੜੇ ਬੜੇ ਔਖੇ ਕੰਮ ਸੀਗੇ ਜਿਹੜੇ ਮੈਂ ਇੱਥੇ ਸਵਾਰੇ ਹਾਂ। ਬਾਦਸ਼ਾਹ ਗੁਰੂ ਘਰ ਦਾ ਵਿਰੋਧੀ ਬਣ ਚੱਲਿਆ ਸੀ। ਮੈਂ ਗੁਰੂ ਘਰ ਦੀਆਂ ਕਰਾਮਾਤਾਂ ਸ਼ਕਤੀਆਂ ਦਿਖਾ ਕੇ ਔਰੰਗਜ਼ੇਬ ਨੂੰ ਠੰਡਾ ਕੀਤਾ ਹੈ। ਰਾਖਿਓ ਭਲੋ ਰਸ ਰੰਗ ਇਹਾ, ਇੱਥੇ ਮੈਂ ਰਸ ਬਣਾ ਕੇ ਰੱਖਿਆ ਹੈ। ਤਨ ਲੀਨੋ ਸਮੂਹ ਸਦਾ ਸੁਖ ਭਾਰੇ, ਔਰ ਬਾਦਸ਼ਾਹ ਨੇ ਮੈਨੂੰ ਮੇਰੀਆਂ ਕਰਾਮਾਤਾਂ ਸ਼ਕਤੀਆਂ ਵੇਖ ਕੇ ਮਾਣ ਸਨਮਾਨ ਵੀ ਬਹੁਤ ਦਿੱਤਾ ਹੈ। ਧਨ ਪਦਾਰਥਾਂ ਦੀ ਵੀ ਕੋਈ ਕਮੀ ਨਹੀਂ ਰਹੀ। ਇੱਥੇ ਸਾਰਾ ਕੁਝ ਹੈ, ਪਰ ਪਿਤਾ ਜੀ ਜਿਹੜੀ ਗੁਰਿਆਈ ਗੱਦੀ ਮੈਨੂੰ ਦੇਣੀ ਸੀ ਉਸ ਤੋਂ ਮੈਨੂੰ ਵਾਂਝਾ ਕਰ ਗਏ ਹਨ। ਆਪ ਨੂੰ ਦੀਹ ਪ੍ਰਤਾਪ ਦਿਖਾਏ ਕੈ, ਆਪਣਾ ਵੱਡਾ ਪ੍ਰਤਾਪ ਮੈਂ ਦਿੱਲੀ 'ਚ ਦਿਖਾਇਆ ਔਰੰਗਜ਼ੇਬ ਦੀ ਕਚਹਿਰੀ ਵਿੱਚ। ਸਿੱਖੀ ਕੀ ਰੀਤ ਮਹਾ ਵਿਸਤਾਰੇ, ਸਿੱਖੀ ਦੀ ਰੀਤ ਦਾ ਬਹੁਤ ਵਿਸਥਾਰ ਕੀਤਾ ਹੈ। ਸੇਵਕ ਸਿੱਖ ਹਜ਼ਾਰ ਕਰੇ ਕਰ, ਹਜ਼ਾਰਾਂ ਲੋਕਾਂ ਨੂੰ ਮੈਂ ਗੁਰੂ ਘਰ ਦਾ ਸਿੱਖ ਬਣਾਇਆ ਹੈ। ਕਰ ਕੀਰਤ ਕੋ ਬਿਥਰਾਏ ਅਪਾਰੇ, ਔਰ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਾਇਆ ਹੈ। ਕੀਰਤੀ ਗੁਰੂ ਦੀ ਬਹੁਤ ਪਸਰੀ ਹੈ। ਬਹਿਲੋ ਕੁਲ ਕੋ ਗੁਰਦਾਸ ਹੋਤੋ, ਭਾਈ ਬਹਿਲੋ ਜੀ ਦੇ ਪਰਿਵਾਰ ਦੇ ਵਿੱਚ ਜਿਹੜੇ ਗੁਰਦਾਸ, 4 ਗੁਰਦਾਸ ਹੋਏ ਨੇ। ਇੱਕ ਤਾਂ ਭੱਲੇ ਗੁਰਦਾਸ ਜਿਨ੍ਹਾਂ ਦੀ ਬਾਣੀ ਗੁਰਬਾਣੀ ਦੀ ਕੁੰਜੀ ਕਹੀ ਜਾਂਦੀ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ। ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ। ਦੂਜਾ ਗੁਰਦਾਸ ਬਹਿਲੋ ਬੰਸੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਗੁਰੂ ਅਰਜਨ ਦੇਵ ਜੀ ਦੇ ਨਾਲ ਰਹਿ ਕੇ ਨਿਭਾਈ, ਬਹੁਤ ਵੱਡੀ ਸੇਵਾ। ਉਹਨਾਂ ਦੇ ਪੋਤਰੇ ਸਨ ਭਾਈ ਗੁਰਦਾਸ ਜੀ ਔਰ ਤਾਰਾ ਚੰਦ।
ਇਹ ਦੋਵੇਂ ਭਰਾ ਜਿਹੜੇ ਬਾਬੇ ਰਾਮ ਰਾਏ ਜੀ ਦੇ ਨਾਲ ਹੀ ਦਿੱਲੀ ਗਏ ਸਨ, रजोर का बाक कहियो समझाई। ਉਹਨਾਂ ਨੇ ਹੱਥ ਜੋੜ ਕੇ ਬਾਬਾ ਰਾਮ ਰਾਏ ਨੂੰ ਬੇਨਤੀ ਕੀਤੀ, पछतावत क्यों तुम ज्येष्ठ नंदन। ਇਹ ਬਾਬਾ ਜੀ ਤੁਸੀਂ ਵੱਡੇ ਪੁੱਤਰ ਹੋ ਸਤਿਗੁਰਾਂ ਦੇ, ਤੁਸੀਂ ਮਨ ਵਿੱਚ ਕਿਉਂ ਪਛਤਾਵਾ ਕਰਦੇ ਹੋ? आप गुरु ने दई बढ़ियाई। ਹਾਂ, ਗੁਰੂ ਨੇ ਆਪ ਵਡਿਆਈ ਦਿੱਤੀ ਹੈ। जग में समुदाय भये सिख सेवक। ਹਾਂ, ਤੁਹਾਡੇ ਕੋਲ ਸੰਗਤ ਦੀ ਕੋਈ ਕਮੀ ਹੈ? ਹਜ਼ਾਰਾਂ ਲੱਖਾਂ ਸੰਗਤਾਂ ਤੁਹਾਨੂੰ ਮੰਨਣ ਲੱਗ ਪਈਆਂ। ਦਿੱਲੀ ਦਾ ਹਰ ਹਿੰਦੂ ਮੁਸਲਮਾਨ ਤੁਹਾਡੇ ਤੇ ਸ਼ਰਧਾ ਰੱਖਦਾ ਹੈ। ਖੁਦ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਪੁੱਛੇ ਬਿਨਾਂ ਕਦਮ ਨਹੀਂ ਪੁੱਟਦਾ। ਇਸ ਤੋਂ ਵੱਧ ਕੇ ਹੋਰ ਬਾਬਾ ਜੀ ਕੀ ਵਡਿਆਈ ਚਾਹੁੰਦੇ ਹੋ? आवत पेट ते तोट न काई। ਮਾਇਆ ਦੀ ਕੋਈ ਕਮੀ ਨਹੀਂ, ਲੱਖਾਂ ਰੁਪਈਆਂ ਦਾ ਤੁਹਾਨੂੰ ਚੜਾਵਾ ਚੜਦਾ ਹੈ, ਕੋਈ ਤੋਟ ਨਹੀਂ ਹੈ। इस ते बहु क्या चित मैं अब चाहत। ਇਸ ਤੋਂ ਵੱਧ ਕੇ ਬਾਬਾ ਜੀ ਹੋਰ ਤੁਸੀਂ ਕੀ ਚਾਹੁੰਦੇ ਹੋ? ਤੁਹਾਡੀ ਤਾਂ ਗੁਰਿਆਈ ਬਣੀ ਬਣਾਈ ਹੈ। माने मनोत को शीस निभाई। ਲੱਖਾਂ ਲੋਕ ਤੁਹਾਡੀਆਂ ਮੰਨਤਾਂ ਮੰਨਦੇ ਨੇ, ਸੀਸ ਝੁਕਾਉਂਦੇ ਨੇ, ਤੁਹਾਨੂੰ ਮੱਥਾ ਟੇਕਦੇ ਨੇ। जो सगरे जग को अब मालक। ਜੋ ਇਸ ਵੇਲੇ ਸਾਰੇ ਹਿੰਦੁਸਤਾਨ ਦਾ ਮਾਲਕ ਹੈ, नौरंग शाह प्रताप विसाला। ਉਹ ਔਰੰਗਾ ਤੁਹਾਡਾ ਸੇਵਕ ਹੈ। ਤੁਹਾਡੇ ਅੱਗੇ ਉਹ ਔਰੰਗਜ਼ੇਬ ਸਿਰ ਝੁਕਾਉਂਦਾ ਹੈ। ता संग रावर को बहु मेल। ਉਸ ਬਾਦਸ਼ਾਹ ਦੇ ਨਾਲ ਆਪ ਜੀ ਦਾ ਮਿਲਾਪ ਵੀ ਬੜਾ ਹੈ। ਤੁਸੀਂ ਜਿਹੜਾ ਹੁਕਮ ਲਾਉਂਦੇ ਹੋ ਉਹ ਹੱਥ ਜੋੜ ਕੇ ਮੰਨਦਾ ਹੈ। सभा मह जात लगे जिस काला। ਜਦੋਂ ਵੀ ਉਹਦੀ ਕਚਹਿਰੀ ਲੱਗਦੀ ਹੈ, ਆਪ ਜੀ ਸਭ ਤੋਂ ਉੱਚੀ ਚੌਂਕੀ ਤੇ ਬੈਠਦੇ ਹੋ। ਬਾਦਸ਼ਾਹ ਖੁਦ ਤੁਹਾਡਾ ਇਸਤਕਬਾਲ ਕਰਦਾ, ਸਤਿਕਾਰ ਕਰਦਾ ਹੈ। सादर देत बढ़ाई बटीनत। ਬਾਬਾ ਜੀ ਤੁਹਾਨੂੰ ਬਹੁਤ ਵਡਿਆਈਆਂ ਬਾਦਸ਼ਾਹ ਵੱਲੋਂ ਵੀ ਮਿਲਦੀਆਂ ਨੇ ਤੇ ਸੰਗਤਾਂ ਵੱਲੋਂ ਵੀ ਮਿਲਦੀਆਂ ਨੇ। पूजन बोधन होत रसाला। ਬਾਦਸ਼ਾਹ ਨਾਲ ਤੁਹਾਡੇ ਬਚਨ ਵਿਲਾਸ ਰੋਜ਼ ਹੁੰਦੇ ਨੇ। ਜਿਹੜੇ ਬਾਦਸ਼ਾਹ ਨਾਲ ਗੱਲ ਕਰਨ ਲਈ ਹਿੰਦੁਸਤਾਨ ਦੇ ਰਾਜੇ ਮਹਾਰਾਜੇ ਨਵਾਬ ਵੀ ਤਰਸਦੇ ਰਹਿੰਦੇ ਨੇ। ਆਮ ਆਦਮੀ ਤਾਂ ਬਾਦਸ਼ਾਹ ਦੀ ਝਲਕ ਨਹੀਂ ਦਿਖਾਈ ਦਿੰਦੀ। ਉਹ ਬਾਦਸ਼ਾਹ ਤੁਹਾਡੇ ਪੁੱਛੇ ਬਿਨਾਂ ਕਦਮ ਨਹੀਂ ਪੁੱਟਦਾ ਤੇ ਤੁਸੀਂ ਉਹਦੀ ਕਚਹਿਰੀ 'ਚ ਜਾ ਕੇ ਉੱਚੇ ਹੋ ਕੇ ਬੈਠਦੇ ਹੋ। श्री हर गोविंद केर मनिंद। ਤੁਹਾਡਾ ਉਹ ਪ੍ਰਤਾਪ ਬਣਿਆ ਜਿਹੜਾ ਕਦੀ 6ਵੇਂ ਪਾਤਸ਼ਾਹ ਦਾ ਬਣਿਆ ਸੀ। ਬਾਬਾ ਰਾਮ ਰਾਏ ਜੀ, ਤੁਹਾਡੀ ਮਹਿਮਾ ਦਿੱਲੀ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਸ ਵੇਲੇ 6ਵੇਂ ਪਾਤਸ਼ਾਹ ਵਰਗੀ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰ ਦੇ ਮਾਲਕ ਦਾ ਪ੍ਰਤਾਪ ਹੋਇਆ ਸੀ ਨਾ, ਤੁਸੀਂ ਉਹਨਾਂ ਦੇ ਪੜ ਪੋਤਰੇ ਹੋ ਵੱਡੇ। ਇਸ ਕਰਕੇ ਤੁਹਾਡੇ ਤੇ ਵੀ ਕੋਈ ਕਿਰਪਾ ਹੀ ਹੈ ਕਿ ਤੁਹਾਡਾ ਵੀ ਪ੍ਰਤਾਪ 6ਵੇਂ ਪਾਤਸ਼ਾਹ ਜਿੰਨਾ ਅੱਜ ਹਿੰਦੁਸਤਾਨ 'ਚ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। बिठावत ऊंच जहां नर जाला। ਉਹ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਹੁੰਦੇ ਸੀ ਨਾ ਦਰਬਾਰ ਵਿੱਚ, ਜਹਾਂਗੀਰ ਬਾਦਸ਼ਾਹ ਉਹਨਾਂ ਨੂੰ ਆਪਣੇ ਬਰਾਬਰ ਉੱਚੀ ਥਾਂ ਤੇ ਬਿਠਾਉਂਦਾ ਸੀ ਤੇ ਉਹਨਾਂ ਦੇ ਹੁਕਮ ਵਿੱਚ ਤੁਰਦਾ ਸੀ ਜਹਾਂਗੀਰ। ਜਿਵੇਂ 6ਵੇਂ ਪਾਤਸ਼ਾਹ ਦੀ ਗੱਲ ਮੰਨਦਾ ਸੀ ਨਾ ਜਹਾਂਗੀਰ, ਏਦਾਂ ਔਰੰਗਜ਼ੇਬ ਤੁਹਾਡੀ ਗੱਲ ਮੰਨਦਾ ਹੈ। देत अजायब ही फरमायश। ਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਥੋੜਾ ਹੈ। ਜੋ ਤੁਸੀਂ ਮੂੰਹ ਤੋਂ ਫਰਮਾਉਂਦੇ ਹੋ ਉਹੀ ਹਾਜ਼ਰ ਹੋ ਜਾਂਦਾ ਹੈ। ਹਾਥੀਆਂ, ਘੋੜਿਆਂ ਤੱਕ, ਪਾਲਕੀਆਂ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਬਾਦਸ਼ਾਹ ਰਹਿਣ ਦਿੰਦਾ। जोदश प्राप्त हाथ न आवे। ਜਿਹੜੀ ਵਸਤੂ ਕਿਸੇ ਨੂੰ ਨਹੀਂ ਮਿਲਦੀ, ਬਹੁਤ ਮਹਿੰਗੀਆਂ ਮਹਿੰਗੀਆਂ ਦੁਰਲਭ ਭੇਟਾਵਾਂ ਬਾਦਸ਼ਾਹ ਤੁਹਾਨੂੰ ਦਿੰਦਾ ਹੈ। सो अरपै तुम को तर पाओ। ਉਹ ਕੀਮਤੀ ਤੋਹਫੇ, ਨਜ਼ਰਾਨੇ, ਹਾਥੀ, ਘੋੜੇ, ਵਧੀਆ ਸੋਨੇ ਦੀਆਂ ਪਾਲਕੀਆਂ, ਮਾਇਆ ਦੇ ਗੱਫੇ, ਲੰਗਰਾਂ ਵਾਸਤੇ ਰਸਤਾਂ ਬਸਤਾਂ, ਡੇਰੇ, ਸਭ ਕੁਝ ਤੁਹਾਨੂੰ ਬਾਦਸ਼ਾਹ ਅਰਪਣ ਕਰਦਾ ਹੈ। रहो बिच डेरे ही आप पठावे। ਤੇ ਆਪ ਜੀ ਡੇਰੇ 'ਚ ਬੈਠੇ ਹੁੰਦੇ ਹੋ ਤੇ ਆਪਣੇ ਬੰਦੇ ਭੇਜਦਾ, ਬਾਬਾ ਜੀ ਆ ਕੇ ਦਰਸ਼ਨ ਦਿਓ। ਕਦੀ ਸ਼ਿਕਾਰ ਖੇਡਣ ਜਾਣਾ ਹੁੰਦਾ, ਤੁਹਾਨੂੰ ਨਾਲ ਲੈ ਕੇ ਜਾਂਦਾ ਹੈ। ਕੋਈ ਰਾਜਨੀਤੀ ਮਸਲਾ ਹੋਵੇ ਤੁਹਾਡੀ ਸਲਾਹ ਲੈਂਦਾ ਹੈ। ਕੋਈ ਧਾਰਮਿਕ ਮਸਲਾ ਹੋਵੇ ਤਾਂ ਤੁਹਾਡੀ ਸਲਾਹ ਲੈਂਦਾ ਹੈ। ਔਰੰਗਜ਼ੇਬ ਤੁਹਾਡੀ ਮੁੱਠੀ ਵਿੱਚ ਹੈ ਤੇ ਹੋਰ ਬਾਬਾ ਜੀ ਤੁਹਾਡਾ ਪ੍ਰਤਾਪ ਕੋਈ ਥੋੜਾ। ਹਾਂਜੀ, कौन करे गिनती तन की जब। ਜੋ ਪੈਸਾ ਤੁਹਾਡੇ ਕੋਲ ਆਉਂਦਾ, ਕੌਣ ਕਰੇ ਗਿਣਤੀ ਧਨ ਕੀ? ਉਸ ਪੈਸੇ ਦੀ ਕੌਣ ਗਿਣਤੀ ਕਰੇ? जब के पर आए हो रोज चढ़ावे। ਜਦੋਂ ਦੇ ਤੁਸੀਂ ਇੱਥੇ ਆਏ ਹੋ, ਬਾਦਸ਼ਾਹ ਰੋਜ਼ ਤੁਹਾਨੂੰ ਭੇਟਾਵਾਂ ਚੜਾਉਂਦਾ। 13,000 ਰੁਪਈਆ ਦਾ ਰੋਜ਼ ਦਾ ਲੰਗਰ ਦਾ ਤੇ ਘੋੜਿਆਂ ਦਾ ਖਰਚਾ ਹੀ ਬਾਦਸ਼ਾਹ ਭੇਜਦਾ ਸੀਗਾ। ਐਡਾ ਵੱਡਾ ਪਸਾਰਾ ਹੋ ਗਿਆ ਸੀ ਬਾਬਾ ਰਾਮ ਰਾਏ ਜੀ ਦਾ ਦਿੱਲੀ, ਜਿੱਥੇ ਮਜਨੂ ਦਾ ਟਿੱਲਾ ਗੁਰਦੁਆਰਾ ਹੈ ਨਾ। ਪਹਿਲੀ ਪਾਤਸ਼ਾਹੀ ਮਹਾਰਾਜ ਵੀ ਇੱਥੇ ਆਏ ਤੇ 6ਵੇਂ ਪਾਤਸ਼ਾਹ ਨੇ ਇੱਥੇ ਆਪਣੀਆਂ ਫੌਜਾਂ ਦਾ ਪੜਾਅ ਕੀਤਾ ਸੀ ਜਦੋਂ ਗਵਾਲੀਅਰ ਜਾਣਾ ਸੀਗਾ।
ਜਦੋਂ ਗਵਾਲੀਅਰ ਤੋਂ ਆਏ ਉਦੋਂ ਵੀ ਇੱਥੇ ਪੜਾਅ ਕੀਤਾ ਸੀ। ਤੋ ਉੱਥੇ ਹੀ ਬਾਬਾ ਰਾਮ ਰਾਏ ਜੀ ਨੇ ਪੜਾਅ ਕੀਤਾ ਮਜਨੂ ਦੇ ਟਿੱਲੇ। ਤੋ ਬਾਬਾ ਰਾਮ ਰਾਏ ਜੀ ਨੂੰ ਭਾਈ ਗੁਰਦਾਸ ਤੇ ਭਾਈ ਤਾਰਾ ਚੰਦ ਵਰਗੇ ਬਹਿਲੋ ਬੰਸੀ ਸਮਝਾਉਂਦੇ ਆ, ਬਾਬਾ ਜੀ ਤੁਸੀਂ ਹੋਰ ਕੀ ਚਾਹੁੰਦੇ ਹੋ, ਐਡਾ ਤੁਹਾਡਾ ਪ੍ਰਤਾਪ ਹੈ, आज कमी तुमको कुछ ना है न, ਅੱਜ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ शाह सदा और को हर खावे, ਤੇ ਬਾਦਸ਼ਾਹ ਤੁਹਾਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਦਾ ਹੈ। जे सिख संगत है जग में, ਜਿੰਨੀ ਵੀ ਸਿੱਖ ਸੰਗਤ ਹੈ ਦੁਨੀਆ ਤੇ, ਜਿੰਨੇ ਵੀ ਗੁਰੂ ਨਾਨਕ ਦੇ ਪਿਆਰੇ ਹਨ, विद त्यो सब मैं गुरता पद पाए, ਉਹਨਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਹੈ ਕਿ ਗੱਦੀ ਸਤਿਗੁਰੂ ਮਹਾਰਾਜ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲੀ ਹੈ। होवत आप ही गाती दई, ਆਪ ਉਹਨਾਂ ਨੇ ਹੁੰਦਿਆਂ ਇਹ ਗੱਦੀ ਦਿੱਤੀ ਹੈ। जब देशक तीटक शाह पठाए, ਤੇ ਤੁਸੀਂ ਵੀ ਤਾਂ ਗੁਰੂ ਸਾਹਿਬ ਨੇ ਹੀ ਭੇਜਿਆ, ਤੁਹਾਨੂੰ ਵੀ ਤਾਂ ਜਦੋਂ ਤੁਹਾਨੂੰ ਸ਼ਕਤੀ ਦੇ ਕੇ ਦਿੱਲੀ ਭੇਜਿਆ ਹੈ, ਤੇ ਸ਼ਕਤੀ ਕੀ ਹੁੰਦੀ ਹੈ? ਸ਼ਕਤੀ ਗੱਦੀ ਹੁੰਦੀ ਹੈ, ਤੁਹਾਨੂੰ ਪਾਵਰ ਦਿੱਤੀ ਹੈ। ਤੇ ਤੁਸੀਂ ਇਹੀ ਰੱਖੋ ਵੀ ਸਾਡੇ ਤੇ ਪਿਤਾ ਜੀ ਦੀ ਕਿਰਪਾ ਹੈ, ਸੰਗਤ ਤੁਹਾਨੂੰ ਮੰਨ ਰਹੀ ਹੈ, ਤੇ ਤੁਸੀਂ ਮਨ ਚੋਂ ਇਹ ਵਹਿਮ ਕੱਢ ਦਿਓ ਵੀ ਪਿਤਾ ਜੀ ਨੇ ਗੱਦੀ ਨਹੀਂ ਦਿੱਤੀ। देखो क्यों न विचार भले, ਤੁਸੀਂ ਵਿਚਾਰ ਕੇ ਕਿਉਂ ਨਹੀਂ ਦੇਖਦੇ ਬਾਬਾ ਰਾਮ ਰਾਏ ਜੀ? तुम आए सपाए जब इत आए, ਤੁਸੀਂ ਪਿਤਾ ਜੀ ਦੀ ਆਗਿਆ ਮੰਨ ਕੇ ਆਏ ਹੋ, ਤੁਸੀਂ ਆਪਣੇ ਆਪ ਤਾਂ ਨਹੀਂ ਦਿੱਲੀ ਆਏ, ਉਹਨਾਂ ਨੇ ਭੇਜਿਆ ਤਾਂ ਆਏ ਹੋ ਨਾ। ਤੇ ਜੇ ਉਹਨਾਂ ਨੇ ਪਾਵਰ ਦੇ ਕੇ ਸ਼ਕਤੀ ਦੇ ਕੇ ਭੇਜਿਆ ਸਤਵੇਂ ਪਾਤਸ਼ਾਹ ਨੇ, ਤਾਂ ਫਿਰ ਤੁਸੀਂ ਬਾਬਾ ਜੀ ਉਹਨਾਂ ਦਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਅਸਲ ਵਾਰਸ ਤੁਸੀਂ ਹੋ। क्या तब थे अब कैसे भये, ਉਦੋਂ ਕੀ ਸੀ ਤੇ ਹੁਣ ਕੀ ਹੈ? ਜਦੋਂ ਤੁਸੀਂ ਆਏ ਸੀ ਵੱਧ ਤੋਂ ਵੱਧ 150 ਸਿੱਖ ਤੁਹਾਡੇ ਨਾਲ ਆਏ ਸੀ, ਥੋੜੇ ਜਿਹੇ ਘੋੜੇ ਆਏ ਸੀ, ਥੋੜੇ ਜਿਹੇ ਰੱਥ ਆਏ ਸੀ। ਅੱਜ ਇੱਥੇ ਬਾਦਸ਼ਾਹ ਵਰਗਾ ਡੇਰਾ ਬਣ ਗਿਆ, ਹਾਥੀ ਵੱਜੇ ਐ, ਘੋੜੇ ਐ, ਮਾਇਆ ਦੀ ਕੋਈ ਕਮੀ ਨਹੀਂ, ਸੰਗਤਾਂ ਦੀ ਕੋਈ ਕਮੀ ਨਹੀਂ, ਲੰਗਰ ਚੱਲ ਰਹੇ ਨੇ, ਰੋਜ਼ ਦੀਵਾਨ ਲੱਗਦੇ ਨੇ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਬਾਬਾ ਜੀ। ਤੇ ਹੋਰ ਤੁਸੀਂ ਕੀ ਚਾਹੁੰਦੇ ਹੋ? ਹਾਂਜੀ, सब रीत के दीह सजाए बधाए, ਤੁਹਾਡਾ ਪ੍ਰਤਾਪ 100 ਗੁਣਾ ਵੱਧ ਗਿਆ ਅੱਗੇ ਨਾਲੋਂ। श्री हर राय को पुत्र विसाल, ਤੁਸੀਂ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਪੁੱਤਰ ਹੋ। सुने बच तीरज के जो कहे, ਜਦੋਂ ਇਹ ਬਚਨ ਬਾਬਾ ਗੁਰਦਾਸ ਜੀ ਭਾਈ ਬਹਿਲੋ ਜੀ ਦਾ ਪੋਤਰਾ ਉਹਨਾਂ ਨੇ ਕਹੇ, ਸੁਣ ਕੇ होत प्रसन्न पयो न तऊ, ਪਰ ਖੁਸ਼ ਨਹੀਂ ਹੋਇਆ ਬਾਬਾ ਰਾਮ ਰਾਏ ਦਾ ਮਨ ਨਹੀਂ ਖੁਸ਼ ਹੋਇਆ। ਇਹ ਕੋਈ ਬਚਨ ਹੀ ਹੋ ਗਿਆ ਸੀ ਵੀ ਅੰਦਰੋਂ ਅੰਦਰ ਹੀ ਸੜਦਾ ਰਹੇਗਾ ਈਰਖਾ ਦੀ ਅੱਗ ਵਿੱਚ। ਭਾਵੇਂ ਬਾਬੇ ਭਾਈ ਗੁਰਦਾਸ ਹੋਰਾਂ ਨੇ, ਭਾਈ ਬਹਿਲੋ ਦੇ ਪੋਤਰਿਆਂ ਨੇ ਬੜਾ ਸਮਝਾਇਆ, ਪਰ ਕਹਿੰਦੇ ਆ ਵੀ ਬਾਬਾ ਰਾਮ ਰਾਏ ਜੀ ਦੇ ਮਨ 'ਚ ਖੁਸ਼ੀ ਨਹੀਂ ਆਈ, मुरझाए रहियो जत चिंत लहे, ਚਿੰਤਾ ਜੀ ਪਏ ਰਹੇ। ਮਨ ਦੇ ਵਿੱਚ ਖੁਸ਼ੀ ਆਣੀ ਚਾਹੀਦੀ ਸੀ, ਜਿਹੜੀ ਵਿਗਾਸ ਆਣਾ ਚਾਹੀਦਾ ਸੀ, ਈਰਖਾ ਨੇ, ਦਵੈਸ਼ ਨੇ ਆਉਣ ਨਹੀਂ ਦਿੱਤਾ। ਇਹ ਜਿਹੜੀ ਈਰਖਾ ਹੈ ਨਾ, ਇਹ ਸਾਧ ਸੰਗਤ ਜੀ ਕਦੀ ਕਿਸੇ ਦੇ ਮੱਥੇ ਦੇ ਉੱਤੇ ਖੁਸ਼ੀ ਨਹੀਂ ਆਉਣ ਦਿੰਦੀ। ਈਰਖਾਲੂ ਬੰਦਾ ਕਦੀ ਹੱਸਦਾ ਨਹੀਂ, ਈਰਖਾਲੂ ਬੰਦੇ ਦੇ ਮੱਥੇ ਤੇ ਤਿਉੜੀਆਂ ਪਈਆਂ ਰਹਿੰਦੀਆਂ, ਉਹਦੇ ਚਿਹਰੇ ਤੇ ਵਿਗਾਸ ਨਹੀਂ ਆਉਂਦਾ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਤੇ ਸਦਾ ਹੀ ਖੁਸ਼ੀ ਹੁੰਦੀ ਹੈ, ਉਹਦਾ ਹਰ ਵੇਲੇ ਪ੍ਰਸੰਨ ਰਹਿੰਦੇ। ਈਰਖਾਲੂ ਬੰਦੇ ਜਿਹੜੇ ਹੁੰਦੇ ਆ ਨਾ, ਉਹ ਕੁੜਦੇ ਸੜਦੇ ਰਹਿੰਦੇ। ਇੱਕ ਪਾਸੇ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ ਦਾ ਚਿਹਰਾ ਵੇਖ ਲਓ, ਇੱਕ ਪਾਸੇ ਬਾਬਾ ਰਾਮ ਰਾਏ ਜੀ ਦਾ ਵੇਖ ਲਓ। ਕਰਾਮਾਤਾਂ, ਸ਼ਕਤੀਆਂ, ਉਮਰ ਸਭ ਕੁਝ ਉਹਨਾਂ ਕੋਲ ਜ਼ਿਆਦਾ, ਪੈਸਾ ਟਕਾ ਉਹਨਾਂ ਕੋਲ ਜ਼ਿਆਦਾ, ਹਾਥੀ ਘੋੜੇ ਉਹਨਾਂ ਕੋਲ ਜ਼ਿਆਦਾ, ਤੇ ਸੰਗਤਾਂ ਵੀ ਬਹੁਤ ਜ਼ਿਆਦਾ ਇਕੱਠੀਆਂ ਕੀਤੀਆਂ ਦਿੱਲੀ ਵਿੱਚ, ਪਰ ਖੁਸ਼ੀ ਕੋਈ ਨਹੀਂ। ਕਿਉਂ? ਅੰਦਰ ਜਿਹੜੀ ਕਲਾ ਗੁਰੂ ਦੀ ਕਿਰਪਾ ਨਾਲ ਵਰਤਣੀ ਸੀ, ਉਹ ਨਹੀਂ ਵਰਤੀ। ਹਾਂਜੀ, ਭੋ ਗੁਰਦਾਸ ਉਚਾਰਤ ਜੋਗ, ਬਾਬਾ ਰਾਮ ਰਾਏ ਜੀ ਭਾਈ ਗੁਰਦਾਸ ਨੂੰ ਕਹਿੰਦੇ, ਹੈ ਗੁਰਦਾਸ ਤੁਸੀਂ ਠੀਕ ਕਹਿੰਦੇ ਹੋ, ਤਥਾਪ ਸੁਨੋ ਉਰ ਮੋਰ ਦਹੇ, ਫਿਰ ਵੀ ਮੈਂ ਤੁਹਾਨੂੰ ਦੱਸਾਂ ਮੇਰਾ ਮਨ ਸੜਦਾ ਹੈ। ਤੁਸੀਂ ਮੇਰੇ ਮਿੱਤਰ ਹੋ, ਮੇਰੇ ਮਸੰਦ ਹੋ, ਗੁਰੂ ਘਰ ਦੇ ਪਿਤਾ ਜੀ ਨੇ ਮੈਨੂੰ ਤੁਸੀਂ ਮੇਰੇ ਨਾਲ ਭੇਜੇ ਹੋ, ਤੇ ਤੁਸੀਂ ਭਾਈ ਸਾਹਿਬ ਭਾਈ ਬਹਿਲੋ ਜੀ ਦੀ ਅੰਸ਼ ਬੰਸ ਹੋ, ਬਹੁਤ ਮਹਾਨ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ ਭਾਈ ਬਹਿਲੋ ਸਭ ਤੋਂ ਪਹਿਲੋਂ। ਤੇ ਮੈਂ ਤੁਹਾਨੂੰ ਸੱਚ ਦੱਸਾਂ ਵੀ ਮੇਰਾ ਮਨ ਦੁਖੀ ਹੈ, ਸੜਦਾ ਹੈ। ਆਪ ਗੁਰੂ ਪਿਤ ਨੇ ਇਤ ਔਰ, ਮੈਨੂੰ ਪਿਤਾ ਨੇ ਆਪ ਭੇਜਿਆ ਦਿੱਲੀ, ਮੈਂ ਉਹਨਾਂ ਦਾ ਹੁਕਮ ਮੰਨ ਕੇ ਆਇਆ ਦਿੱਲੀ। ਪਠਾਵਨ ਕੀਨ ਅਵਸ਼ਯ ਚਾਹੇ, ਉਹਨਾਂ ਨੇ ਮੈਨੂੰ ਯੋਗ ਸਮਝ ਕੇ ਹੀ ਭੇਜਿਆ, ਮੇਰੇ 'ਚ ਕੋਈ ਕਲਾ ਵੇਖੀ ਉਹਨਾਂ ਨੇ, ਤਾਂ ਹੀ ਮੈਨੂੰ ਦਿੱਲੀ ਭੇਜਿਆ। ਜੇ ਇਤ ਔਰ ਨ ਆਵਤ ਮੈਂ, ਜੇ ਮੈਂ ਇੱਧਰ ਦਿੱਲੀ ਨਾ ਆਉਂਦਾ,
ਹੁਕਮ ਨਾ ਮੰਨਦਾ ਪਿਤਾ ਦਾ। ਤਬ ਸ਼ਾਹੁਰ ਸਹਿਰ ਪਤੀਹ ਸਮਾਨਾ। ਉਸ ਵੇਲੇ ਫਿਰ ਪਤਾ ਕੀ ਹੋਣਾ ਸੀ, ਬਾਦਸ਼ਾਹ ਨੇ ਬੜਾ ਨਿਰਾਸ਼ ਹੋਣਾ ਸੀ। ਫੌਜਾਂ ਭੇਜ ਸਕਦਾ ਸੀ, ਲੜਾਈ ਹੋ ਸਕਦੀ ਸੀ, ਪਿਤਾ ਜੀ ਨੂੰ ਵੀ ਬੜੀ ਮੁਸੀਬਤ ਵੇਖਣੀ ਪੈਣੀ ਸੀ, ਕਿਉਂਕਿ ਦਾਰਾ ਸ਼ਿਕੋ ਦਾ ਕਤਲ ਹੋ ਗਿਆ ਸੀ, ਬਾਦਸ਼ਾਹ ਨੇ ਔਰੰਗਜ਼ੇਬ ਨੇ ਕਰਤਾ ਸੀ, ਤੇ ਦਾਰਾ ਸ਼ਿਕੋ ਦੀ ਮਦਦ ਕਰਨ ਦਾ ਇਲਜ਼ਾਮ ਗੁਰੂ ਘਰ ਤੇ ਲੱਗ ਰਿਹਾ ਸੀਗਾ। ਇਸ ਕਰਕੇ ਔਰੰਗਜ਼ੇਬ ਦੇ ਕੋਲ ਆ ਕੇ ਮੈਂ ਗੁਰੂ ਘਰ ਦੇ ਕਿੰਨੇ ਮਸਲੇ ਠੀਕ ਕੀਤੇ ਹਨ। ਪ੍ਰਿੰਦ ਅਨੇਕ ਪਠਾਵਤ ਫੇਰ। ਬਾਦਸ਼ਾਹ ਬੜੀਆਂ ਫੌਜਾਂ ਭੇਜ ਦਿੰਦਾ ਫਿਰ, ਬਡੋਜਹ ਓਜਰ ਦੇ ਗਰਬਾਨਾ। ਕਿਉਂਕਿ ਹੰਕਾਰੀ ਹੈ ਬਾਦਸ਼ਾਹ, ਗੁਰੂ ਘਰ ਦਾ ਵੈਰੀ ਹੈ, ਕਿਸੇ ਸਾਧੂ ਸੰਤ ਮਹਾਤਮਾ ਦੀ ਪਰਵਾਹ ਨਹੀਂ ਕਰਦਾ। ਇਹ ਤਾਂ ਮੈਂ ਇਹਨੂੰ ਆਪਣੀ ਕਰਾਮਾਤਾਂ ਨਾਲ ਕਾਬੂ ਕੀਤਾ ਹੋਇਆ, ਨਹੀਂ ਤਾਂ ਇਹ ਕਿਸੇ ਪੀਰ ਫਕੀਰ ਨੂੰ ਵੀ ਨਹੀਂ ਸਮਝਦਾ। ਇਹ ਤਾਂ ਬਹੁਤ ਆਕੜਿਆ ਹੋਇਆ ਹੰਕਾਰੀ ਬਾਦਸ਼ਾਹ ਹੈ। ਪੀਰ ਫਕੀਰਨ ਸੋ ਬਿਗੜਾ। ਇਹ ਪੀਰਾਂ ਫਕੀਰਾਂ ਨਾਲ ਵੀ ਵਿਗੜਦਾ, ਹਿੰਦੂਆਂ ਨਾਲ ਤਾਂ ਵਿਗੜਦਾ, ਮੁਸਲਮਾਨਾਂ ਨੂੰ ਵੀ ਨਹੀਂ ਛੱਡਦਾ। ਇਹ ਬਾਦ ਵਿਵਾਦ ਕਰਨ ਵਾਲਾ ਈਰਖਾਲੂ ਬਾਦਸ਼ਾਹ ਹੈ। ਮੈਂ ਇਹਨੂੰ ਸੂਤ ਕਰਕੇ ਰੱਖਿਆ ਹੋਇਆ ਹੈ। ਤਰਾਸ ਕਰਨਹ ਤਾਗ ਹਲੇਤ। ਇਹਨੇ ਕਿਹੜਾ ਕਿਸੇ ਦਾ ਡਰ ਮੰਨਣਾ, ਜਿਹਨੂੰ ਮਰਜ਼ੀ ਗ੍ਰਿਫਤਾਰ ਕਰ ਲੈਂਦਾ। ਪਿਤਾ ਜੀ ਨੂੰ ਵੀ ਗ੍ਰਿਫਤਾਰ ਕਰ ਸਕਦਾ ਸੀ ਫੌਜਾਂ ਭੇਜ ਕੇ। ਬਟੋਪਨ ਤਾੜਤ ਜਿਉ ਅਨਜਾਨਾ। ਤੇ ਇਹ ਬੜੇ ਦੁੱਖ ਦਿੰਦਾ, ਤਸੀਹੇ ਦਿੰਦਾ। ਦੇਖੋ ਸ਼ਰਮਤ ਮਹਾਂਪੁਰਸ਼ ਦਾ ਸਿਰ ਲਾ ਦਿੱਤਾ, ਦਾਰਾ ਸ਼ਿਕੋ ਦਾ ਲਾਤਾ, ਆਪਣੇ ਪਿਓ ਨੂੰ ਨਹੀਂ ਛੱਡਿਆ ਜਿਹਨੇ, ਭਾਈ ਮਾਰਤੇ ਜਿਹਨੇ, ਉਹ ਗੁਰੂ ਕਿਆਂ ਨੂੰ ਕੀ ਛੱਡਦਾ ਸੀ। ਇਹਦਾ ਮੈਂ ਦੇਖੋ ਇਹਨਾਂ ਨੂੰ ਬਾਦਸ਼ਾਹ ਨੂੰ ਨੱਥ ਪਾਈ ਹੋਈ ਹੈ ਆਪਣੇ ਸ਼ਬਦਾਂ ਨਾਲ, ਆਪਣੀਆਂ ਕਰਾਮਾਤਾਂ ਨਾਲ। ਜੇ ਪਰ ਕੀਰਤ ਜਾਤ ਚੰਮੂ ਤਬ। ਜੇ ਕੀਰਤਪੁਰ ਸਾਹਿਬ ਫੌਜਾਂ ਆ ਜਾਂਦੀਆਂ, ਲੜਾਈ ਹੁੰਦੀ, ਫਿਰ ਕੀ ਬਣਨਾ ਸੀ। ਤਬ ਕਿਆ ਕਰਤੇ ਨਾ ਬਹੁਤ ਉਪਾਈ। ਕੀ ਕਰ ਸਕਦੇ ਸੀ, ਫਿਰ ਕੋਈ ਉਪਾਅ ਹੈ ਸੀਗਾ। ਮੈਂ ਇਹ ਸਾਰੀ ਲੜਾਈ ਨੂੰ, ਸਾਰੇ ਝਗੜੇ ਨੂੰ ਇੱਥੇ ਆ ਕੇ ਟਾਲਿਆ ਹੈ, ਠੰਡਾ ਪਾਇਆ, ਮਸਲਾ ਹੱਲ ਕੀਤਾ ਹੈ। ਸ਼੍ਰੀ ਗੁਰੂ ਨੇ ਪ੍ਰਣ ਤਾਰਿਓ ਹੁਤ। ਪਿਤਾ ਜੀ ਨੇ ਤਾਂ ਪਰਨ ਕੀਤਾ ਸੀ ਵੀ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਸਤਵੇਂ ਪਾਤਸ਼ਾਹ ਕਹਿੰਦੇ ਅਸੀਂ ਪਾਪੀ ਦੇ ਦਰਸ਼ਨ ਨਹੀਂ ਕਰਨੇ। ਉਹਨਾਂ ਨੇ ਤਾਂ ਆਉਣਾ ਨਹੀਂ ਸੀਗਾ ਤੇ ਮੈਨੂੰ ਭੇਜ ਦਿੱਤਾ। ਪਿਤਾ ਜੀ ਤਾਂ ਇਹ ਸੋਚੀ ਜਾਂ ਕਹਿੰਦੇ ਸੀ ਵੀ ਅਸੀਂ ਤਾਂ ਦੁਸ਼ਟ ਮਲੇਸ਼ ਦੇ ਕੋਲ ਜਾਣਾ ਹੀ ਨਹੀਂ, ਉਹਦਾ ਮੱਥਾ ਹੀ ਨਹੀਂ ਵੇਖਣਾ, ਮੂੰਹ ਹੀ ਨਹੀਂ ਵੇਖਣਾ, ਪਾਪੀ ਬੰਦੇ ਦਾ, ਜਿਹਨੇ ਆਪਣੇ ਭਰਾ ਮਾਰਤੇ, ਪਿਓ ਮਾਰਤੇ, ਬੜੀ ਭੈੜੀ ਆਤਮਾ ਹੈ, ਇਹਦੇ ਦਰਸ਼ਨ ਨਹੀਂ ਕਰਨੇ। ਤੋ ਪਿਤਾ ਜੀ ਤਾਂ ਆਉਣਾ ਨਹੀਂ ਸੀ ਚਾਹੁੰਦੇ, ਆਉਣਾ ਵੀ ਨਹੀਂ ਸੀ ਉਹਨਾਂ ਨੇ, ਤੇ ਕਿਸੇ ਨੂੰ ਤਾਂ ਆਉਣਾ ਪੈਣਾ ਹੀ ਸੀ। ਮੈਂ ਆਇਆ, ਸਾਰੇ ਮਸਲੇ ਮੈਂ ਹੱਲ ਕੀਤੇ ਹਨ। ਮਹਾਰਾਜ ਨੇ ਕਿਹਾ ਸੀ ਵੀ ਅਸੀਂ ਇਹਦਾ ਮੂੰਹ ਨਹੀਂ ਵੇਖਣਾ, ਤੇ ਆਪਣੇ ਦਰਸ਼ਨ ਦੇਣੇ ਨਹੀਂ। ਬੈਠਨ ਬੋਲਨ ਕਿਉਂ ਬਨ ਹੈ। ਇਸ ਪਾਪੀ ਔਰੰਗਜ਼ੇਬ ਦੇ ਨਾਲ ਗੱਲਬਾਤ ਕਰਨੀ, ਇਹਦੇ ਕੋਲ ਬਹਿਣਾ ਤਾਂ ਬੜੀ ਦੂਰ ਦੀ ਗੱਲ ਹੈ। ਪਿਤਾ ਜੀ ਇਹਦੇ ਮੱਥੇ ਨਹੀਂ ਸੀ ਲੱਗ ਕੇ ਰਾਜੀ। ਜੇ ਏਦਾਂ ਦਾ ਪਰਨ ਪਿਤਾ ਜੀ ਨੇ ਕਰ ਲਿਆ ਸੀ। ਕਹਿੰਦੇ 2000 ਕੋਸ 1000 ਦੇ ਉੱਪਰ 100 ਪੁਨ, ਕਹਿੰਦੇ 2200 ਕੋਹ ਦੇ ਵਿੱਚ ਰਾਜ ਕਰੇ ਇਹ ਸ਼ਾਹ ਜਗਤਾ। 2200 ਮੀਲ ਦੇ ਵਿੱਚ ਜਾਂ 2200 ਕੋਹ ਦੇ ਵਿੱਚ ਇਹਦਾ ਰਾਜ ਹੈ। ਕਿਤੇ ਢਾਕਾ ਬੰਗਲਾ, ਕਿਤੇ ਕਾਬਲ, ਕਿਤੇ ਕਸ਼ਮੀਰ, ਕਿਤੇ ਕੰਨਿਆ ਕੁਮਾਰੀ, ਦੂਰ ਦੂਰ ਤੱਕ ਇਹ ਹਿੰਦੁਸਤਾਨ ਦੇ ਚੜ੍ਹਦੇ ਤੋਂ ਛਿਪਦੇ ਤੱਕ ਦਾ ਮਾਲਕ ਹੈ। 22 ਲੱਖ ਚਮੂ ਸੰਗ ਹੈ, ਤੇ 22 ਲੱਖ ਫੌਜ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੀ ਜੰਗ ਦੇ ਵਾਸਤੇ। ਇਹਦੇ ਕੋਲ ਦੁਨੀਆ ਵਿੱਚ ਇਹਦੇ ਬਰਾਬਰ ਦੀ ਫੌਜ ਨਹੀਂ ਕਿਸੇ ਕੋਲ। ਹਾਂਜੀ, ਬਲਵਾਨ ਬਟੋ ਸੋ ਹੰਕਾਰ ਮੈਂ ਮੱਤਾ, ਤੇ ਬੜਾ ਬਲਵਾਨ ਹੈ ਤੇ ਹੰਕਾਰ ਵਿੱਚ ਮਸਤਿਆ ਹੋਇਆ ਹੈ। ਪੰਜ ਦਗੁਣ ਹਜ਼ਾਰ ਹੈ ਤੋਪ, ਕਹਿੰਦੇ ਤੇ ਇਹਦੇ ਕੋਲ 10,000 ਤੋਪਾਂ ਹਨ। ਸਕੋਪ ਚੜਿਆ ਕਰ ਲੋ ਜਨ ਰੱਤਾ, ਜਦੋਂ ਅੱਖਾਂ ਲਾਲ ਕਰਕੇ ਕਿਸੇ ਤੇ ਹਮਲਾ ਕਰ ਦਿੰਦਾ ਫਿਰ ਉਡਾ ਕੇ ਰੱਖ ਦਿੰਦਾ। ਇਹਦੀ ਇੰਨੀ ਪਾਵਰ ਹੈ ਔਰੰਗਜ਼ੇਬ ਦੀ। ਤੈਸੇ 50,000 ਜਮੂਰੇ ਹੈ, ਤੇ ਵੱਡੀਆਂ 10,000 ਤੋਪਾਂ ਤੇ ਛੋਟੀਆਂ ਜਮੂਰੇ 50,000 ਹਨ। ਛੁੱਟੇ ਤੇ ਛੋਨੀ ਮਹਾਤਮ ਕੱਤਾ, ਜਦੋਂ ਇਹਦੀਆਂ ਤੋਪਾਂ ਚੱਲਦੀਆਂ ਨੇ ਧਰਤੀ ਥਰ ਥਰ ਕੰਬਦੀ ਹੈ। ਤੇ ਭਾਈ ਗੁਰਦਾਸ ਜੀ, ਇਸ ਐਡੇ ਵੱਡੇ ਬਲੀ ਬਾਦਸ਼ਾਹ ਦੇ ਨਾਲ ਕੌਣ ਅੜ ਸਕਦਾ ਸੀ। ਮੈਂ ਇਹ ਸਾਰਾ ਮਸਲਾ ਜਿਹੜਾ ਹੈ ਹੱਲ ਕਰ ਲਿਆ ਹੈ। ਸੋ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੀਆਂ ਵਡਿਆਈਆਂ ਦੱਸੀ ਜਾਂਦੇ ਆ, ਭਾਈ ਗੁਰਦਾਸ ਹੋਰਾਂ ਨਾਲ ਗੱਲਬਾਤ ਕਰਦੇ ਆ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਰੇ ਮਨ ਸੋਚਦੇ ਆ ਵੀ ਉਹ ਗੱਦੀ ਤੇ ਕਿਉਂ ਬਹਿ ਗਏ ਨੇ, ਗੱਦੀ ਤੇ ਤਾਂ ਮੈਂ ਬਹਿਣਾ ਸੀਗਾ। ਈਰਖਾ ਜਿਹੜੀ ਹੈ ਬਾਬਾ ਰਾਮ ਰਾਏ ਜੀ ਦੇ ਮਨ 'ਚ ਦਿਨੋਂ ਦਿਨ ਸੁਲਗਣ ਲੱਗ ਪਈ ਹੈ। ਉਹ ਈਰਖਾ ਭਾਂਬੜ ਬਣ ਕੇ ਅੱਗੇ ਵਧੇਗੀ।
ਬਾਬਾ ਰਾਮ ਰਾਏ ਜੀ ਸਤਿਗੁਰਾਂ ਨੂੰ ਦਿੱਲੀ ਸੱਦਣ ਦੀਆਂ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰਨਗੇ ਔਰ ਬਾਦਸ਼ਾਹ ਨੂੰ ਵੀ ਉਕਸਾਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ